12 ਸਤੰਬਰ 1897 ਨੂੰ 8 ਵਜੇ ਕਿਲਾ ਜਿਹੜਾ ਸਾਰਾਗੜੀ ਆ ਉਹਦੇ ਬਾਹਰ ਜਿਹੜਾ ਸੰਤਰੀ ਖੜਾ ਹੈ ਉਹ ਵੇਖਦਾ ਹੈ ਕਿ 8 ਤੋਂ ਲੈ ਕੇ 14,000 ਤੱਕ ਸਾਰਾਗੜੀ ਦੇ ਕਿਲੇ ਤੇ ਬਾਹਰ ਜਿਹੜਾ ਦੁਸ਼ਮਣਾਂ ਦੀ ਫੌਜ ਆ ਰਹੀ ਹੈ ਤੇ ਅੰਦਰ ਜਾ ਕੇ ਉਹ ਖਬਰ ਦਿੰਦਾ ਹੈ ਕਿ ਜਿਹੜੇ ਦੁਸ਼ਮਣ ਆ ਰਹੇ ਨੇ। ਉਸ ਵੇਲੇ ਹਵਲਦਾਰ ਈਸ਼ਰ ਸਿੰਘ ਨੇ ਸਿਗਨਲਮੈਨ ਗੁਰਮੁਖ ਸਿੰਘ ਨੂੰ ਕਿਹਾ ਕਿ ਕਰਨਲ ਜਿਹੜੇ ਦੂਸਰੇ ਉਹਨਾਂ ਦੇ ਲੋਕਹਾਟ ਕਿਲੇ ਦੇ ਉੱਪਰ ਸੀ ਉਹਨਾਂ ਨੂੰ ਸਿਗਨਲ ਭੇਜਿਆ ਜਾਵੇ। ਉਹਨਾਂ ਨੇ ਕਿਹਾ ਕਿ ਕੀ ਕਰਨਾ ਚਾਹੀਦਾ। ਉਹਨਾਂ ਨੇ ਕਿਹਾ ਹੋਲਡ ਯੂਅਰ ਪੋਜੀਸ਼ਨ। ਤੇ ਇਹ ਜਿਹੜੇ ਬਿਰਤਾਂਤ ਨੇ ਅੱਜ 125ਵੀਂ ਕਿਲਾ ਸਾਰਾਗੜੀ ਦਾ ਜਿਹੜਾ ਬਿਰਤਾਂਤ ਸੀ, ਸ਼ਹਾਦਤਾਂ ਹੋਈਆਂ ਨੇ 21 ਸਿੱਖ ਨੌਜਵਾਨਾਂ ਦੀਆਂ, ਉਹਨਾਂ ਦੀ 125ਵੀਂ ਜਿਹੜੀ ਅਸੀਂ ਵਰ੍ਹੇਗੰਢ ਅੱਜ ਮਨਾ ਰਹੇ ਹਾਂ। ਉਸ ਵਰ੍ਹੇਗੰਢ ਦੇ ਉੱਪਰ ਅਸੀਂ ਸਾਡੇ ਬਹੁਤ ਹੀ ਜਿਹੜੇ ਸਤਿਕਾਰਯੋਗ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਲੋ ਜੀ ਨੂੰ ਸਟੂਡੀਓ ਦੇ ਵਿੱਚ ਬੁਲਾਇਆ। ਉਹਨਾਂ ਦੇ ਰੂਬਰੂ ਤੁਹਾਨੂੰ ਕਰਵਾਉਣ ਜਾ ਰਹੇ ਹਾਂ। ਬ੍ਰਿਗੇਡੀਅਰ ਸਾਹਿਬ, ਆਪ ਜੀ ਦਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਨੂੰ ਆਖਦੇ ਆ ਸਟੂਡੀਓ ਦੇ ਵਿੱਚ। ਬਹੁਤ ਬਹੁਤ ਸਵਾਗਤ ਹੈ ਜੀ। ਤੇ ਅੱਜ ਬੜਾ ਮਾਣ ਮੱਤਾ ਤੇ ਸ਼ਾਨ ਮੱਤਾ ਜਿਹੜਾ ਇਤਿਹਾਸ ਹੈ ਉਹਦੀ 125ਵੀਂ ਵਰ੍ਹੇਗੰਢ ਅਸੀਂ ਮਨਾ ਰਹੇ ਹਾਂ। ਅਸੀਂ ਹੀ ਨਹੀਂ, ਪੂਰੇ ਯੂਰਪ ਦੇ ਵਿੱਚ ਜਿਹੜੀ ਉਹਨਾਂ ਦੀ ਧਾਕ ਪਈ ਹੋਈ ਹੈ, ਉਹ ਸਾਰਾ ਯੂਰਪ ਅੱਜ ਵੀ ਕਾਇਲ ਹੈ ਇਹਨਾਂ ਸਰਦਾਰਾਂ ਦੀ ਬਹਾਦਰੀ ਦੇ ਲਈ। ਕਿਉਂਕਿ ਮੈਂ ਇੱਕ ਆਰਟੀਕਲ ਪੜ੍ਹਿਆ ਸੀ, ਉਹਦੇ ਵਿੱਚ ਇਹ ਇੱਕ ਦੱਸਿਆ ਗਿਆ ਸੀ ਜਦੋਂ ਦੁਸ਼ਮਣ ਦੀ ਫੌਜ ਆਉਂਦੀ ਹੈ ਤਾਂ ਉਹਨਾਂ ਦਾ ਇੱਕ ਵਿਅਕਤੀ ਵਾਈਟ ਜਿਹੜਾ ਝੰਡਾ ਉਹ ਲੈ ਕੇ ਆਇਆ ਸੀ, ਸ਼ਾਂਤੀ ਦਾ ਜਿਹੜਾ ਪ੍ਰਤੀਕ ਹੁੰਦਾ। ਤਾਂ ਉਹਨਾਂ ਨੇ ਕਿਹਾ ਸੀ ਕਿ ਸਾਡੀ ਜਿਹੜੀ ਦੁਸ਼ਮਣੀ ਆ ਅੰਗਰੇਜ਼ਾਂ ਦੇ ਨਾਲ ਹੈ, ਤੁਸੀਂ ਕਿਲਾ ਖਾਲੀ ਕਰ ਦਿਓ, ਤੁਹਾਨੂੰ ਜਾਣ ਦਿੱਤਾ ਜਾਵੇਗਾ। ਉਹਦੇ ਸੰਬੰਧ ਦੇ ਵਿੱਚ ਜਦੋਂ ਉੱਥੋਂ ਜਿਹੜਾ ਜਵਾਬ ਆਉਂਦਾ ਹੈ, ਬੜਾ ਸ਼ਾਨਦਾਰ ਮਾਣਮੱਤਾ ਜਵਾਬ ਆਉਂਦਾ ਹੈ ਕਿ ਇਹ ਜਿਹੜੀ ਜ਼ਮੀਨ ਹੈ ਇਹ ਸਾਡੇ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਦੀ ਜ਼ਮੀਨ ਹੈ। ਸਭ ਅੰਗਰੇਜ਼ਾਂ ਦਾ ਵਾਸਤਾ ਬਾਅਦ ਦੇ ਵਿੱਚ, ਪਹਿਲਾਂ ਜ਼ਮੀਨ ਸਾਡੀ ਵਿਰਾਸਤ ਹੈ। ਤੇ ਜਿਹੜਾ ਵਫਾਦਾਰੀ ਦਾ ਇੱਕ ਮੁੱਲ ਤਾਰਿਆ, ਸਿੱਖਾਂ ਦੀ ਵਫਾਦਾਰੀ, ਉਹਨਾਂ ਦੀ ਮਿਹਨਤ ਤੇ ਉਹਨਾਂ ਦੀ ਬਹਾਦਰੀ, ਉਹਨਾਂ ਦੀਆਂ ਮਿਸਾਲਾਂ ਅੱਜ ਗੋਰੇ ਵੀ ਦਿੰਦੇ ਨੇ। ਸੋ ਅਸੀਂ ਜਿਹੜਾ ਸਾਰਾਗੜੀ ਕਿਲਾ ਦਾ ਉਸ ਤਰ੍ਹਾਂ ਦੀ ਜਿਹੜੀ ਭੂਗੋਲਿਕ ਸਥਿਤੀ ਸੀ, ਕੀ ਪਰਿਸਥਿਤੀਆਂ ਬਣੀਆਂ ਸਨ, ਕੀ ਜਿਹੜਾ ਦੁਸ਼ਮਣ ਸੀ, ਜਿਹੜੀ ਪਠਾਨਾਂ ਦੀ ਫੌਜ ਸੀ, ਉਹ ਕਬਜ਼ਾ ਕਿਉਂ ਕਰਨਾ ਚਾਹੁੰਦੀ ਸੀ, ਇਹ ਸਾਡੇ ਦਰਸ਼ਕਾਂ ਨੂੰ ਇਸ ਦੇ ਬਾਰੇ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਸੀ। ਇੰਨਾ ਕੁ ਪਤਾ ਸੀ 21 ਜਿਹੜੇ ਯੋਧੇ ਸੀ ਉਹ ਸ਼ਹਾਦਤ ਦਾ ਜਾਮ ਪੀ ਗਏ ਸੀ, ਪਰ ਪਰਿਸਥਿਤੀਆਂ ਕੀ ਬਣੀ, ਭੂਗੋਲਿਕ ਸਥਿਤੀ ਕੀ ਸੀ, ਉਸ ਜਾਣਕਾਰੀ ਦਿਓ ਜੀ। ਸਭ ਤੋਂ ਪਹਿਲਾਂ ਤਾਂ ਮੈਂ ਤੁਸੀਂ ਜਿਹੜਾ ਹੁਕਮਨਾਮੇ ਦੀ ਵਿਆਖਿਆ ਕੀਤੀ ਹੈ ਜੀ, ਤੇ ਮੈਂ ਉਹਦੇ ਬਾਰੇ ਸਿਰਫ ਇਹੋ ਹੀ, ਉਹ ਤੇ ਬੜੀ ਸ਼ਰਧਾਪੂਰਵਕ ਢੰਗ ਨਾਲ ਤੁਸੀਂ ਬਿਆਨ ਕੀਤਾ ਹੈ ਕਿ ਵਿੱਚ ਦੁਨੀਆ ਸੇਵ ਕਵਾਈ ਹੈ ਤਾਂ ਦਰਗੇ ਬੈਸਨ ਪਾਈ ਹੈ ਜੀ। ਤੇ ਅੱਜ ਦਾ ਉਹ ਦਿਹਾੜਾ 125 ਵਰ੍ਹੇ ਪਹਿਲੋਂ, ਜਦੋਂ ਕਿ 22 ਸੂਰਬੀਰ ਸੈਨਿਕ, ਜਿਨ੍ਹਾਂ 'ਚ 21 ਸਿੱਖ ਤੇ ਇੱਕ ਸੇਵਾਦਾਰ, ਉਹ ਇੱਕ ਇੱਕ ਕਰਕੇ ਸ਼ਹਾਦਤ ਦਾ ਜਾਮ ਪੀ ਗਏ। ਉਹਨਾਂ ਨੇ ਮਤਾ ਪਕਾਇਆ ਸੀ, ਜਿਹੜੀ ਤੁਸੀਂ ਗੱਲ ਕੀਤੀ ਹੈ ਬਿਲਕੁਲ ਸਹੀ ਹੈ ਕਿ ਇਹ ਇਲਾਕਾ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ਕਬਜ਼ੇ ਹੇਠ ਪਹਿਲੋਂ ਰਿਹਾ। ਔਰ ਮੈਂ ਸਭ ਤੋਂ ਪਹਿਲੋਂ ਫਿਰ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ, ਸੈਲਿਊਟ ਕਰਦਾ ਹਾਂ, ਜਿਨ੍ਹਾਂ ਨੇ ਆਪਣੀ ਸਾਹਸ, ਸਿਦਕ, ਕਰਤੱਵ ਦੀ ਪਾਲਣਾ ਕਰਦਿਆਂ ਸ਼ਹਾਦਤ ਦਾ ਜਾਮ ਪੀਤਾ। ਤੋ ਇਹ ਵਾਕਿਆ ਇਹ 12 ਸਤੰਬਰ 1897 ਦਾ ਹੈ। ਉਸ ਤੋਂ ਪਹਿਲੋਂ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਵਾਈਟ ਫਲੈਗ ਦੇ ਕੇ ਉਹਨਾਂ ਨੂੰ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ, ਮਗਰ ਇੱਕ ਡਿਊਟੀ ਹੈ, ਇੱਕ ਫਰਜ਼ ਹੈ, ਉਹਨੂੰ ਨਿਭਾਉਣ ਖਾਤਰ ਜਦੋਂ ਬ੍ਰਿਟਿਸ਼ ਇੰਡੀਆ ਸਰਕਾਰ ਨੇ ਦੇਖਿਆ ਕਿ ਜਿਹੜੇ ਪਠਾਨ ਨੇ, ਇਹ ਜਿਹੜੇ ਉਹਨਾਂ ਦੇ ਵਪਾਰੀ ਆਉਂਦੇ ਸੀ, ਤੇ ਉਦੋਂ ਤੇ ਵਪਾਰੀ ਇਸੇ ਰਸਤੇ ਆਉਣਾ, ਸਾਧਨ ਵੀ ਉਸ ਤਰ੍ਹਾਂ ਦੇ ਸਨ, ਉਹਨਾਂ ਦੇ ਰੁਕਾਵਟ ਪਾਉਂਦੇ ਸਨ ਜਿਹੜੇ ਪਠਾਨ ਸਨ, ਜਿਹੜੇ ਉੱਥੋਂ ਦੇ ਸੰਗਠਨ ਸਨ। ਤੇ ਉਹਨਾਂ ਨੂੰ ਨਜਿੱਠਣ ਵਾਸਤੇ
ब्रिटिश इंडिया सरकार ने हुक्म दिता कि अपनी फौज तैनात की जाए समाना रिज दे उत्ते, ते समाना रिज दे उत्ते 36 सिख जो कि अजकल 4 सिख बटालियन है ਉਹਨੂੰ चुनिया गया। ये गल मैं फिर आ जी तुसी बयान किया मैं उहदे नाल लिंक करना चाहुंदा कि ब्रिटिश इंडिया सरकार नूं भी उस समय पता लग गया जदों फर्स्ट एंगलो सिख वार हुई है तो मुदकी दी बैटल ते जदों देखिया कि सिखां दे विच इन्ना जज्बा, इन्नियां कुर्बानियां, इन्ना जोश, तो उन्होंने फिर फैसला किया। ये 1836 की गल है शायद, फैसला किया कि सिख रेजिमेंट खड़ी की जाए जी। तो सिख रेजिमेंट सब तो पहलों ये 36 सिख 4 सिख जो प्योर जाट सिख रेजिमेंट सी उन्होंने खड़ा किया गया, उन्होंने चुनिया गया। तो उन्होंने चुन के 31 दसंबर 1886 नूं ये समाना रिज ते तैनात कर, और उससे जिहड़ा कमांडिंग ऑफिसर सी कर्नल जे हाउस्टन, उन्होंने कहा गया कि तू इस समाना रिज दी राइट विंग दी, क्योंकि कमांडिंग ऑफिसर तेरा फर्ज, तेरे नाल बाकी साथी बाकी फौज, तो खब्बे विंग दी जिहड़ा छोटा सीगा वो कैप्टन बी बॉर्डन नूं दे दिता गया जी। और जिहड़ा सज्जे पासे जिहड़ा कर्नल हाउस्टन बड़ा, उन्हें अपनियां टुकड़ियां नूं वेरियस सारागढ़ी, सार, संगड़ इन्हां च वंड दिता गया, और इन्हां दा फैलाव इन्ना वड्डा सी कि ये जिहड़ा कि फासला थोड़ी छोटियां टुकड़ियां च जो सारागढ़ी की गल कर रहे हैं सिर्फ असी हुण, तो उत्थे 22 4 सिख बटालियन के 22 योधे, जिहदे चों एक सेवादार सी, मैं उहदी गल करनी भी उचित समझदा हाँ, तो उन्होंने उत्थे तैनात कर दिता गया। खब्बे पासे तो 2 जनवरी 1897 नूं उन्होंने परचवनार ते कब्जा कर लिया, कैप्टन की जिहड़ी कि अगवाई ते दिती गई सी। ते सज्जे पासे विच सारागढ़ी वास्ते जिहड़े 22 सिंह सूरमे तैनात किए गए सी, वो बड़ी वड्डी रुकावट सी ये उगर जाए तो बाकी समुदाय वास्ते कि उतों सब तो वड्डी समस्या उन्होंने इत्थों दी सी। इस वास्ते उन्होंने सोचा कि अगर सारागढ़ी नूं असी काबू कर लेने इत्थे तो साडा रस्ता साफ हो जाएगा। इस वास्ते उन्होंने 12 सितंबर नूं सवेरे 9:30 बजे तकरीबन पहलों 5-6 हज़ार फिर करते कर 10,000 की गिनती हो गई। उन्होंने सारागढ़ी पोस्ट काबू करने वास्ते, डिस्ट्रॉय करने वास्ते हुक्म दे दिता। 9:30 बजे 12 सितंबर सवेरे लड़ाई शुरू हो गई, तो वो बहुत ज़्यादा उन्होंने कैजुअल्टीज़ हो गई, कई सैकड़े कैजुअल्टीज़ होंदियां गईयां। सारा दिन लड़ाई चलती रही। एक समा इहो जिहा आ गया कि सारागढ़ी दे रवाना सारागढ़ी दे जिन्ने बहादुर सैनिक सी उन्हां पास ये दारू सिक्का, राशन पानी खत्म होंदा गया। आफ्टर ऑल एक कच्चे गारियां नाल बनाया होया संगड़ एक चौकी सीगी, शॉर्ट टाइम ते बनाई गई। इस वास्ते उत्थे उन्होंने हुक्म मता पकाया, हौलदार ईश्वर सिंह की कमांड थले ये मता पकाया गया कि असी साहिबे कमाल गुरु गोबिंद सिंह जी के हुक्म अनुसार देश सेवा वर मोहे है, शुभ कर्म ते कबू न डरो, ना डरो और सो जब जाए लड़ो, निश्चय करे अपनी जीत करो। असी एक एक करके लड़ांगे, आखिरी दम तक लड़ांगे, अपने कर्तव्य की पालना करांगे, अपने कौम की अपने गुरु साहबां दे हुक्मां अनुसार असी ये जमीन की 1 इंच भी असी दुश्मन नूं काबू नहीं कर देंगे। तो अगर ऐसा ही होया, अगर ऐसी स्थिति आ गई जदों के, क्योंकि फासला मेन जिहड़ा हैडकुआर्टर सीगा जिथे कि कर्नल हाउस बटालियन हैडकुआर्टर, तो किले ते उतों 5 किलोमीटर 5 उस वेले मील सीगा, और कोई साधन नहीं सीगा, साधन ब्लॉक हो गए जी। और वो कम्यूनिकेशन चैनल एक उथे हेलोग्राफ एक शीशा हुंदा सी जिहदे नाल
ਉਹ ਕਮਰੇ ਕਰਦੇ ਸੀ। ਤੇ ਉਹ ਜਦੋਂ ਇੱਕ ਇੱਕ ਕਰਕੇ ਜਦੋਂ ਦੇਖਿਆ ਕਿ ਇੰਨਾ ਵੱਡਾ ਮੁਕਾਬਲਾ ਹੋ ਰਿਹਾ, ਉਹਨਾਂ ਨੇ ਹੋਰ ਰੀਇਨਫੋਰਸਮੈਂਟ ਭੇਜੀ। ਫਿਰ ਉਹ ਦੇਖਿਆ ਕਿ ਥੋੜਾ ਝਾੜੀਆਂ ਸਾਲੇ ਦੁਆਲੇ ਉਹਨਾਂ ਨੇ ਅੱਗ ਲਾਤੀ, ਝਾੜਵੀਆਂ ਨੇ ਅੱਗ ਲਾਤੀ। ਤੇ ਉਹਦੇ ਵਿੱਚ ਕੁਛ ਇੱਕ ਉਹਨਾਂ ਦੀ ਫੌਜ ਜਿਹੜੀ ਸੀਗੀ ਧਾੜਵੀ, ਉਹ ਅੰਦਰ ਦਾਖਲ ਹੋ ਗਏ ਤੇ ਆਪਣੇ ਇਹਨਾਂ 22 ਸੂਰਬੀਰਾਂ ਨੇ ਇੱਕ ਇੱਕ ਕਰਕੇ ਉਹਨਾਂ ਦੇ ਛੱਕੇ ਛੁਡਾਉਂਦੇ ਹੋਏ ਤੇ ਆਪਣੇ ਮਤੇ ਦੇ ਅਨੁਸਾਰ ਬਗੈਰ ਗੋਲਾ ਸਿੱਕਾ ਖਤਮ ਹੁੰਦੇ ਆਪਣੇ ਬੈਨਰ ਦੇ ਨਾਲ ਵੀ ਉਹ ਤਾਰਦੇ ਚਲੇ ਗਏ। ਇੱਥੋਂ ਤੱਕ ਕਰਕੇ ਗੁਰਮੁਖ ਸਿੰਘ ਜਿਹੜਾ ਕਿ ਉਹ ਕਮਿਊਨੀਕੇਸ਼ਨ ਕਰ ਰਿਹਾ ਸੀਗਾ, ਕਿਉਂਕਿ ਰੀਇਨਫੋਰਸਮੈਂਟ ਆ ਨਾ ਸਕੀ, ਦੂਰੀ ਤੇ ਸਨ, ਦੇਖਦਾ ਰਿਹਾ। ਉਹ ਤਾਂ ਬਟਾਲੀਅਨ ਹੈਡਕੁਆਰਟਰ ਤੋਂ ਦੇਖਦੇ ਰਹੇ ਕਿ ਭਾਈ ਕੀ ਹੋ ਰਿਹਾ, ਜੰਗ ਕਿੱਧਰ ਲੜੀ ਜਾ ਰਹੀ ਹੈ, ਪਰ ਅਸਮਰਥ ਸਨ ਕਿਉਂਕਿ ਰਸਤੇ 'ਚ ਰੁਕਾਵਟਾਂ ਬੜੀਆਂ ਸਨ। ਤੇ ਅਖੀਰ ਤੇ ਜਦੋਂ ਗੁਰਮੁਖ ਸਿੰਘ ਨੇ ਫਿਰ ਉੱਥੇ ਆਪਣੇ ਇਸ਼ਾਰੇ 'ਚ ਕਿਹਾ ਕਿ ਮੈਂ ਇਸ ਵੇਲੇ ਰਹਿ ਗਿਆ ਹਾਂ ਤੇ ਮੇਰੇ ਵਾਸਤੇ ਕੀ ਹੁਕਮ ਹੈ, ਕਿਉਂਕਿ ਉਹ ਕਮਿਊਨੀਕੇਸ਼ਨ, ਉਹਨੇ ਕਿਹਾ ਕਿ ਮੈਂ ਆਪਣੀ ਜਿਹੜਾ ਇਹ ਹੈਲੋਗ੍ਰਾਫ ਸ਼ੀਸ਼ਾ ਹੈਗਾ ਇਹਨੂੰ ਥੱਲੇ ਰੱਖ ਕੇ ਰਾਈਫਲ ਫੜ ਕੇ ਉਹਨੇ ਵੀ ਲੜਿਆ। ਪਰ ਇੱਥੇ ਮੈਂ ਜ਼ਿਕਰ ਕਰਨਾ ਚਾਹੁੰਦਾ ਕਿ ਇੱਕ ਸਫਾਈ ਸੇਵਕ ਕਹਿ ਲਓ, ਸੇਵਾਦਾਰ ਕਹਿ ਲਓ, ਦਾਦ, ਤੋ ਉਹ ਕਿਉਂਕਿ ਨਾਨ ਕੈਂਪੀਟੈਂਟ ਐਨਰੋਲਡ ਸੀ ਤੇ ਜਿਹੜਾ NCE ਹੁੰਦਾ ਉਹਦੇ ਕੋਲ ਹਥਿਆਰ ਨਹੀਂ ਹੁੰਦੇ, ਮਗਰ ਉਹਨੂੰ ਹਥਿਆਰ ਫਾਰਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਸਾਡੇ ਅਸੀਂ ਕਮਾਂਡ ਕੀਤੀ ਹੈ ਯੂਨਿਟਾਂ ਨੂੰ, ਸਾਡੇ ਕੋਲ ਹੁੰਦੇ ਨੇ ਹਥਿਆਰ, ਆਥੋਰਾਈਜ਼ ਨਹੀਂ ਹੁੰਦਾ। ਇੱਕ ਹੁੰਦਾ ਆਥੋਰਾਈਜ਼ ਤੁਹਾਡੇ ਨਾਂ ਤੇ ਆਇਸ਼ ਹੁੰਦਾ, ਮਗਰ ਉਹਨਾਂ ਨੂੰ ਸਿਖਲਾਈ ਜ਼ਰੂਰ ਦਿੱਤੀ ਜਾਂਦੀ ਕਿ ਤੁਸੀਂ ਜ਼ਰੂਰ ਪੈਣ ਤੇ ਫਰਾਈ। ਉਹਨੇ ਵੀ ਆਖਰੀ ਦਮ ਤੱਕ ਉਹਨੇ ਵੀ ਆਪਣੀ ਜਿਹੜੇ ਕਿ ਡਿੱਗੇ ਹੋਏ ਆਪਣੇ ਫੌਜੀ ਸ਼ਹੀਦ ਹੋ ਗਏ ਸਨ, ਉਹਨਾਂ ਦੀ ਰਾਈਫਲ ਫੜ ਕੇ ਉਹਨਾਂ ਦੇ ਬੈਨਰ ਦੇ ਉੱਤੇ ਨਾਲ ਪਰੋ ਦਿੱਤਾ। ਤੇ ਉਹ ਜਦੋਂ ਇਸ ਕਿਸਮ ਦਾ ਕਾਰਾ, ਇਸ ਕਿਸਮ ਦੀ ਅਨੋਖੀ ਅਦੁੱਤੀ ਜੰਗ ਦੇ ਬਾਰੇ ਬ੍ਰਿਟਿਸ਼ ਸਰਕਾਰ ਲੰਡਨ ਵਿਖੇ ਪਤਾ ਚੱਲਿਆ ਤੇ ਉਸ ਸਮੇਂ ਜਦੋਂ ਇਹ ਸਾਰਾ ਗੜੀ ਬਾਰੇ ਉਹਨਾਂ ਨੇ ਪਾਰਲੀਮੈਂਟ 'ਚ ਇਹਦੀ ਗਾਥਾ ਸੁਣਾਈ ਤੇ ਆਪ ਮੁਹਾਰੇ ਸਾਰੇ ਪਾਰਲੀਮੈਂਟ ਖੜੇ ਹੋ ਕੇ ਉਹਨਾਂ ਨੇ ਸ਼ਰਧਾਂਜਲੀ ਦਿੱਤੀ। ਕਦੀ ਅਸੀਂ ਆਪਣੀ ਸਰਕਾਰ ਵੀ ਕਰ ਸਕਦੀ ਹੈ, ਕਦੀ ਆਪਣੇ। ਔਰ ਵਿਕਟੋਰੀਆ ਨੇ ਉਸ ਸਮੇਂ, ਮਲਕਾ ਵਿਕਟੋਰੀਆ ਨੇ 21 ਸਿੱਖ ਸੂਰਬੀਰਾਂ ਨੂੰ ਸਭ ਤੋਂ ਉਸ ਸਮੇਂ ਦਾ ਉੱਤਮ ਪੁਰਸਕਾਰ ਅਵਾਰਡ ਇੰਡੀਅਨ ਆਰਡਰ ਆਫ ਮੈਰਿਟ, ਜੋ ਕਿ ਅੱਜ ਕੱਲ੍ਹ ਪਰਮਵੀਰ ਚੱਕਰ ਦੇ ਬਰਾਬਰ ਹੈ, ਉਹਨਾਂ ਨਾਲ ਨਿਵਾਜਿਆ। 500 ਰੁਪਏ ਹਰ ਇੱਕ ਪਰਿਵਾਰ ਨੂੰ ਨਕਦੀ ਵੀ, 2 ਮਰਬੇ ਜ਼ਮੀਨ ਵੀ ਦਿੱਤੀ। ਔਰ ਉਹਨਾਂ ਦਾ ਇਤਿਹਾਸ ਨਾਮ ਤੇ ਬਲਕਿ ਇਤਿਹਾਸ ਨਹੀਂ, ਬਲਕਿ ਇੱਕ ਕੌਮ, ਇੱਕ ਸਿੱਖ ਕੌਮ ਨੇ ਆਪਣਾ ਜਿਹੜਾ ਇਤਨਾ ਵੱਡਾ ਪ੍ਰਦਰਸ਼ਨ ਕੀਤਾ। ਤੇ ਅੱਜ ਦੇ ਦਿਨ ਪੂਰੇ ਦੇਸ਼ ਬੜੀਆਂ ਸੰਸਥਾਵਾਂ ਵੱਲੋਂ, ਸਰਕਾਰੀ ਤੌਰ ਤੇ ਪੰਜਾਬ ਵੱਲੋਂ ਵੀ ਚਲੋ ਇੱਥੇ ਫਿਰੋਜ਼ਪੁਰ ਵਿਖੇ ਮਨਾਇਆ ਜਾ ਰਿਹਾ, ਯਤਨ ਕੀਤੇ ਜਾ ਰਹੇ ਨੇ। ਕਾਲੋ ਸਾਹਿਬ, ਜੇ ਗੱਲ ਕੀਤੀ ਜਾਵੇ ਤਾਂ ਅੰਗਰੇਜ਼ ਸਰਕਾਰ ਜਿਹੜੀ ਇਸ ਕੁਰਬਾਨੀ ਤੋਂ ਬਾਅਦ ਉਹਨਾਂ ਨੇ ਕੁਝ ਸ਼ਹਾਦਤਾਂ ਦੇ ਸੰਦਰਭ ਦੇ ਵਿੱਚ ਯਾਦਗਾਰਾਂ ਵੀ ਬਣਾਈਆਂ ਜੀ, ਪੰਜਾਬ ਦੇ ਵਿੱਚ ਜਾਂ ਬ੍ਰਿਟੇਨ ਦੇ ਜਾਂ ਯੂਰਪ ਦੇ ਵਿੱਚ। ਦੇਖੋ ਬ੍ਰਿਟਨ 'ਚ ਵੀ ਬਣਵਾਈ, ਉਹ ਅੱਜ ਵੀ ਬੜਾ ਸਤਿਕਾਰ ਕਰਦੇ ਨੇ, ਫੰਕਸ਼ਨ ਕਰਦੇ ਰਹਿੰਦੇ ਨੇ। ਪਰ ਇੱਥੇ ਦੋ, ਇੱਕ ਤੇ ਅੰਮ੍ਰਿਤਸਰ 'ਚ ਜੀ ਸਾਰਾ ਗੜੀ ਗੁਰਦੁਆਰਾ, ਠੀਕ ਆ, ਉਹਦਾ ਉਦਘਾਟਨ ਵੀ ਕੀਤਾ ਉਹਨਾਂ ਨੇ ਜੀ। ਦੂਜੀ ਫਿਰੋਜ਼ਪੁਰ ਵਿਖੇ ਤੇ ਉੱਥੇ ਸਮਾਰਕ ਵੀ ਬਣਾਇਆ, ਉੱਥੇ ਗੁਰਦੁਆਰਾ ਸਾਹਿਬ ਦੇ ਵੀ ਸਥਾਪਨਾ ਕੀਤੀ, ਸ਼ਹੀਦਾਂ ਦੇ ਨਾਮ ਲਿਖੇ ਗਏ ਜਿਹੜੇ ਕਿ। ਔਰ ਤਕਰੀਬਨ ਮੈਂ ਵੀ ਕਿਉਂਕਿ ਸਾਰਾ ਗੜੀ ਫਾਊਂਡੇਸ਼ਨ ਦਾ ਪ੍ਰਧਾਨ ਰਿਹਾ, 5 ਸਾਲ ਤੱਕ ਕੰਮ ਕੀਤਾ, ਮੈਂ ਉੱਥੇ ਜਾਂਦਾ ਰਿਹਾ ਤੇ ਮੈਂ ਦੇਖਿਆ ਕਿ ਉਹਦੀ ਦੇਖ ਰੇਖ ਵਾਸਤੇ ਸਾਰਾ ਗੜੀ ਗੁਰਦੁਆਰਾ ਸਾਹਿਬ ਜਿਹੜਾ ਅੰਮ੍ਰਿਤਸਰ ਹੈ ਉਹ ਠੀਕ ਚੱਲ ਰਿਹਾ। ਉੱਥੇ ਸਰਾਂ ਵੀ ਹੈਗੀ, ਸਾਰਾ ਗੜੀ ਸਰਾਂ ਵੀ ਹੈਗੀ, ਉਹ ਠੀਕ, ਉੱਥੇ ਕਮੇਟੀ ਵੀ ਲੱਗੀ, ਬਾਕੀਆਂ ਸੰਸਥਾਵਾਂ ਨੇ ਕੀਤਾ। ਤੇ ਮਗਰ ਫਿਰੋਜ਼ਪੁਰ ਦੇ ਬਾਰੇ ਗੱਲ ਇਹ ਕਿ ਜੋ ਵਿਕਾਸ, ਜੋ ਉੱਥੇ ਆਲੇ ਦੁਆਲੇ ਡਿਵੈਲਪਮੈਂਟ ਹੋਣੀ ਚਾਹੀਦੀ ਸੀ, ਤੇ ਉਹ ਵੀ ਕਈ ਵਿਵਾਦਾਂ ਦੇ ਘੇਰੇ ਵਿੱਚ ਆ ਗਈ। 2018 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ 1 ਕਰੋੜ ਰੁਪਇਆ ਜਾਰੀ ਕੀਤਾ ਸੀ, ਉਹਦਾ ਕੀ ਬਣਿਆ ਜੀ? ਉਹਦਾ ਦੇਖੋ, ਇਹ ਜਿਹੜੀ ਸਾਡੀ ਬਿਊਰੋਕ੍ਰੇਸੀ ਹੈ ਨਾ, ਅਫਸਰਸ਼ਾਹੀ, ਤੇ ਇਹ ਪਤਾ ਨਹੀਂ ਕਿਸ ਤਰ੍ਹਾਂ ਉਲਝਾ ਦਿੰਦੇ ਨੇ ਕਿ ਉਹਦਾ ਹਾਲੇ ਤੱਕ ਅਫਸੋਸ ਦੀ ਗੱਲ 1 ਕਰੋੜ ਨੂੰ ਖਰਚ ਨਹੀਂ ਕਰ, ਖਰਚ ਤੇ ਫਿਰ ਕਾਨੂੰਨ ਦੇ ਮੁਤਾਬਕ, ਸੰਵਿਧਾਨ ਦੇ ਮੁਤਾਬਕ ਉਹ ਤੇ ਉਹਦੇ ਮੁਤਾਬਕ ਹੋਣਾ, ਨਹੀਂ ਕਰ ਸਕੇ। ਇਹ ਟੈਂਡਰ ਦਿੱਤਾ ਜੀ, ਇੱਦਾਂ ਹੁੰਦਾ
ਕਿਉਂਕਿ ਇਹਨਾਂ ਨੂੰ ਕੋਈ ਪਤਾ ਨਹੀਂ ਹੈਗਾ, ਇਹਨਾਂ ਨੂੰ ਲਗਨ ਨਹੀਂ ਹੈਗੀ, ਦੇਸ਼ ਪ੍ਰਤੀ ਜਜ਼ਬਾ ਨਹੀਂ ਹੈਗਾ, ਪਿਆਰ ਨਹੀਂ ਹੈਗਾ। ਇਹਨਾਂ ਨੂੰ ਫੌਜੀਆਂ ਨਾਲ ਕੀ ਪਤਾ ਕਿ ਕਿਸ ਤਰੀਕੇ ਨਾਲ ਕੁਰਬਾਨੀਆਂ ਦਿੱਤੀਆਂ ਜਾਂਦੀਆਂ ਨੇ। ਇਹਨਾਂ ਨੂੰ ਜੇ ਪਿਆਰ ਹੋਵੇ, ਜੇ ਇਹਨਾਂ ਨੂੰ ਕੋਈ ਹਮਦਰਦੀ ਹੋਵੇ, ਰਾਸ਼ਟਰਵਾਦ ਦਾ ਜਜ਼ਬਾ ਹੋਵੇ, ਤੇ ਉੱਥੇ ਦੇਖੋ ਇੱਕ ਕੇਂਦਰ ਵੱਲੋਂ ਵੀ ਉੱਥੇ ਯਤਨ ਹੋਏ ਨੇ। ਕੇਂਦਰ ਵੱਲੋਂ ਵੀ ਇੱਕ ਦੇਖੋ ਉੱਥੇ ਇੱਕ ਟੂਰਿਸਟ ਡਿਵੈਲਪਮੈਂਟ ਵੱਲੋਂ ਵੀ ਜੀ ਤੇ ਕੁਝ ਯਤਨ ਹੋਏ ਨੇ। ਮਗਰ ਆ ਜਿਹੜੀ ਤੁਸੀਂ ਗੱਲ ਕੀਤੀ ਹੈ 1 ਕਰੋੜ ਜੇ 18 ਤੋਂ ਮਿਲਿਆ ਤੇ ਉਹ ਤੇ ਖਰਚ ਨਹੀਂ ਕੀਤਾ, ਤੇ ਇਹਦੇ ਵਾਸਤੇ ਐਡਮਿਨਿਸਟ੍ਰੇਸ਼ਨ ਇਜ਼ ਟੂ ਬੀ ਬਲੇਮਡ। ਔਰ ਪੰਜਾਬ ਸਰਕਾਰ ਬਾਅਦ ਚ ਕਿਸੇ ਦੀ ਵੀ ਆਈ, ਇੱਕ ਤੋਂ ਬਾਅਦ ਕਿਸੇ ਦਾ ਕੋਈ ਮੁੱਖ ਮੰਤਰੀ ਆਇਆ, ਤੇ ਹੁਣ ਵੀ ਇਹ ਸਿਰਫ ਗੱਲਾਂ ਕਰਕੇ ਸਾਰ ਲੈਂਦੇ ਨੇ, ਉੱਥੇ ਭਾਸ਼ਣ ਦੇ ਕੇ ਅੱਜ ਵੀ ਕਰਦੇ ਹੋਣਗੇ ਜੀ। ਪਰ ਇਹਨਾਂ ਨੂੰ ਪੁੱਛੇ ਤੇ ਕੋਈ ਤਾਂ ਇਹਨਾਂ ਨੂੰ ਪਤਾ ਲੱਗੇ ਕਿ ਇਹ ਸ਼ਹੀਦਾਂ ਦੀ ਯਾਦ ਅੱਜ ਮਨਾ ਰਹੇ ਆ। ਉਸ ਵੇਲੇ ਤੇ ਸਿੱਖ ਇਹਨਾਂ ਦਾ ਇਤਿਹਾਸ ਬ੍ਰਿਟਿਸ਼ ਤੇ ਕੀ ਫਰਾਂਸ ਦੀਆਂ ਕਿਤਾਬਾਂ 'ਚ ਵੀ ਪੜ੍ਹਾਇਆ ਜਾਂਦਾ ਸੀ, ਤੇ ਜਿਹੜੀਆਂ ਅੱਜ ਪੜ੍ਹਾਇਆ ਜਾਂਦਾ ਜੀ, ਉਹਦੇ ਬਾਰੇ ਮੈਂ ਦੱਸਣਾ ਚਾਹੁੰਦਾ ਕਿ ਅੱਜ ਆਪਣੇ ਦੀ ਗੱਲ ਕਰਦੇ ਹੋ ਤੁਸੀਂ। ਜਦੋਂ ਪਹਿਲੀ ਸ਼ਤਾਬਦੀ ਮਨਾਈ ਗਈ ਫਿਰੋਜ਼ਪੁਰ ਜੀ 1997 ਵਿੱਚ, ਮੈਂ ਉਸ ਵੇਲੇ ਡਾਇਰੈਕਟਰ ਸੈਨਿਕ ਭਲਾਈ ਪੰਜਾਬ ਸੀਗਾ ਜੀ, ਔਰ ਸਾਨੂੰ ਬੜਾ ਵੱਡਾ ਟਾਸਕ ਦਿੱਤਾ ਸੀ ਪੰਜਾਬ ਸਰਕਾਰ ਨੇ। ਕੈਪਟਨ ਕਮਲਜੀਤ ਸਾਡੇ ਓਵਰਆਲ ਇੰਚਾਰਜ ਸਨ, ਗॉड ਬਲੈਸ ਹਿਸ ਸੋਲ। ਤੇ ਉੱਥੇ ਫੋਰ ਸਿੱਖ ਨੂੰ ਵੀ ਸੱਦਿਆ ਗਿਆ, ਬਾਕੀ ਹੋਰ ਸਾਰੇ ਆਏ। ਤੇ ਜਨਰਲ ਹਰਬਖਸ਼ ਸਿੰਘ ਜੀ, ਜੋ ਕਿ ਕਰਨਲ ਕਮਾਂਡੈਂਟ ਵੀ ਰਹੇ ਸਿੱਖ ਰੈਜੀਮੈਂਟ ਦੇ, ਜਿਨ੍ਹਾਂ ਨੇ ਪੰਜਾਬ ਤੇ ਕਸ਼ਮੀਰ ਬਚਾਇਆ, ਉਹਦੇ ਬਾਰੇ ਮੈਂ ਕਿਤਾਬ ਵੀ ਲਿਖ ਚੁੱਕਿਆ। ਹਾਂਜੀ, ਉਹ ਵੀ ਹਾਜ਼ਰ ਸਨ ਮੁੱਖ ਮਹਿਮਾਨ ਤੋਂ, ਤੇ ਮੈਂ ਪਿੱਛੇ ਬੈਠਾ ਆਇਆ ਸੀਗਾ। ਉਹਨਾਂ ਨੇ ਆਪਣੇ ਐਡਰੈਸ ਕਿਹਾ, ਮੁੱਖ ਮੰਤਰੀ ਉਸ ਸਮੇਂ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਨ। ਉਹਨਾਂ ਨੇ ਇਸ਼ਾਰਾ ਕਰਦਿਆਂ, ਕਿਉਂਕਿ ਉਹ ਤੇ ਭਾਰਤ ਸਰਕਾਰ ਤੋਂ ਨਹੀਂ ਲੈ ਕੇ ਨਹੀਂ ਜਾਂਦਾ, ਮੈਂ ਪਿੱਛੇ ਜੀ ਬਿਆਸ ਤੋਂ ਪਿੱਛੇ, ਤੇ ਉੱਥੇ ਉਹਨਾਂ ਨੇ ਕਹਿਤਾ ਕਿ ਅਫਸੋਸ ਦੀ ਗੱਲ ਹੈ, ਸਾਰਾ ਭਾਸ਼ਣ ਜੇ ਅਗਰ ਅੱਜ ਵੀ ਰਿਕਾਰਡ ਕੀਤਾ ਹੋਇਆ ਸੁਣੋ, ਕਿ ਬਾਕੀ ਮੁਲਕਾਂ 'ਚ ਤੇ ਇਹਦਾ ਇਤਿਹਾਸ ਪੜ੍ਹਾਇਆ ਜਾਂਦਾ ਤੇ ਆਪਣੇ 100 ਸਾਲ ਬੀਤ ਗਏ, ਔਰ ਬਾਦਲ ਸਾਹਿਬ ਇੱਥੇ ਕਿਉਂ ਨਹੀਂ ਪੜ੍ਹਾਇਆ ਜਾਂਦਾ ਜੀ। ਤੇ ਮੇਰੇ ਵੱਲ ਇਸ਼ਾਰਾ ਕਰਕੇ, ਕੁਲਦੀਪ ਤੂੰ ਹੁਣ ਹਿੰਮਤ ਕਰ। ਬਾਦਲ ਸਾਹਿਬ ਕਹਿਣਗੇ ਹਾਂ ਹੋਏਗਾ। 104 ਸਾਲਾਂ ਬਾਅਦ 2002 'ਚ ਬੜੀ ਮਿਹਨਤ ਦੇ ਬਾਅਦ ਤੇ ਇਹ ਜਿਹੜਾ ਪੰਜਾਬ ਸਿੱਖਿਆ ਬੋਰਡ ਵੱਲੋਂ 9ਵੀਂ 10ਵੀਂ ਦੀ ਸ਼੍ਰੇਣੀ ਦੀਆਂ ਕੁਝ ਕਿਤਾਬਾਂ 'ਚ ਥੋੜਾ ਜਿਹਾ ਸੰਖੇਪ ਜਿਹਾ ਇਤਿਹਾਸ ਸ਼ਾਮਲ ਕਰ ਲਿਆ ਗਿਆ ਇਤਨੇ ਸਮੇਂ ਦੇ ਬਾਅਦ। ਉਹ ਵੀ ਜਨਰਲ ਹਰਬਖਸ਼ ਸਿੰਘ ਦੇ, ਔਰ ਸਾਨੂੰ ਪਤਾ ਮਹਿਕਮੇ ਵੱਲੋਂ ਕਿਸ ਤਰੀਕੇ ਨਾਲ ਅਸੀਂ ਇਹਦੇ ਪਾਇਆ। ਤੇ ਮਗਰ ਅਫਸੋਸ ਦੀ ਗੱਲ ਹੈ ਕਿ ਸਾਡੇ ਅੱਜ ਤੱਕ ਕਈ ਸਕੂਲਾਂ ਨੂੰ ਨਹੀਂ ਪਤਾ। ਇੱਕ ਮੈਂ ਜਦੋਂ ਇਹਦੇ ਬਾਰੇ ਲਿਖਿਆ, ਮੇਰੇ ਲੇਖ ਆਉਂਦੇ ਰਹਿੰਦੇ ਨੇ, ਹਾਂਜੀ ਆ ਵੀ ਲੇਖ ਆਇਆ ਜੀ, ਮੈਂ ਉਹ ਲਿਖਿਆ, ਮੈਂ ਤੇ ਮੈਨੂੰ ਇੱਕ ਹੈਡ ਮਾਸਟਰ ਦਾ ਟੈਲੀਫੋਨ ਆਇਆ ਡੇਰਾ ਬਾਬਾ ਨਾਨਕ ਤੋਂ। ਮੈਨੂੰ ਕਹਿੰਦਾ ਜੀ ਕਿੰਨਾ ਚੰਗਾ ਹੁੰਦਾ, ਸਾਨੂੰ ਤੇ ਕਿਤੇ ਇਤਿਹਾਸ ਮਿਲਦਾ ਨਹੀਂ, ਕਿੰਨਾ ਚੰਗਾ ਹੁੰਦਾ ਕਿ ਜੇਕਰ ਬ੍ਰਿਗੇਡੀਅਰ ਸਾਹਿਬ ਲਿਖਦੇ ਕਿਹੜੀ ਕਿਤਾਬ ਛਪਿਆ। ਤੇ ਮੈਂ ਫਿਰ ਉਹ ਪੰਨਾ ਨੰਬਰ 244 ਜੋ ਵੀ ਸੀ ਉਹਦਾ ਫਿਰ ਮੈਂ ਲੈਟਰ ਟੂ ਦੀ ਐਡੀਟਰ ਲਿਖ ਕੇ ਦੱਸਿਆ। ਅਗਰ ਇਹ ਹਾਲ ਸਾਡੇ ਟੀਚਰਾਂ ਦੀ ਹੈ ਤੇ ਉਹ ਬੱਚਿਆਂ ਨੂੰ ਕੀ ਪਤਾ ਹੋਏਗਾ। ਅਫਸੋਸ ਦੀ ਗੱਲ ਹੈ ਅੱਜ ਦਾ ਦਿਹਾੜਾ ਇਹੋ ਜਿਹਾ ਦਿਹਾੜਾ ਜਿਹਦੀ ਕੋਈ ਮਿਸਾਲ ਨਹੀਂ ਮਿਲਦੀ ਦੁਨੀਆ ਭਰ 'ਚ। ਮਿਸਾਲ ਅੱਜ ਵੀ ਇਹ ਆਪਰੇਸ਼ਨ ਆ ਵਾਰ ਛੋਟਾ ਲਿਮਟਿਡ ਕਹਿ ਲਓ, ਅੱਜ ਵੀ ਇਹਨਾਂ ਨੂੰ ਪੜ੍ਹਾਇਆ ਜਾਂਦਾ ਹੈ, ਇਹਨਾਂ ਬਾਰੇ ਪੜ੍ਹਾਇਆ ਜਾਂਦਾ ਹੈ। ਔਰ ਇੱਥੇ ਮੈਂ ਇੱਕ ਹੋਰ ਗੱਲ ਕਰਨੀ ਚਾਹੁੰਦਾ ਜੀ, ਉਹ ਇਹ ਵੇ ਕਿ ਉਸ ਸਮੇਂ ਜੋ ਸ਼ਹਾਦਤ ਦਾ ਜਾਮ ਪੀ ਗਏ 22 ਦੇ 22 ਜੀ, ਉਹਦੇ ਵਿੱਚੋਂ ਘੱਟ ਤੋਂ ਘੱਟ ਉਮਰ ਵਾਲੇ 2 ਜਿਹੜੇ ਸਨ 24 ਸਾਲ ਦੇ ਸਨ ਤੇ ਜਾਂ 40 ਸਾਲ ਦੇ ਉਮਰ ਵਾਲੇ। ਤੇ ਕੀ ਅੱਜ ਅਗਨੀਵੀਰ ਜਿਹੜੇ ਕਿ 2-3 ਸਾਲਾਂ ਨੌਕਰੀ ਕਰਕੇ 23 ਸਾਲ 22 ਸਾਲ ਦੀ ਉਮਰ 'ਚ ਚਲੇ ਜਾਣਗੇ, ਉਹ ਕੀ ਲੜਨਗੇ, ਕੀ ਉਹਨਾਂ ਦਾ ਮੁਕਾਬਲਾ ਕਰ ਸਕਦੇ। ਦੇਸ਼ ਪ੍ਰਤੀ ਜਜ਼ਬਾ ਉਸ ਕੌਮ, ਉਹਦਾ ਇਤਿਹਾਸ ਹੁੰਦਾ, ਉਹਦਾ ਦੇਖੋ ਜਿਹੜੀਆਂ ਆਪਣੀਆਂ ਪਿਛਲੇ ਹਿਸਟੋਰੀਕਲੀ ਜਿਹੜਾ ਕਿ ਉਹ ਰਵਾਇਤਾਂ ਨੇ, ਉਹਨਾਂ ਨੂੰ ਜਾਣਨ ਵਾਸਤੇ ਬੜਾ ਸਮਾਂ ਲੱਗਦਾ ਕਿ ਇਹਨਾਂ ਦਾ ਮੁਕਾਬਲਾ ਕਰ ਸਕਣਗੇ। ਮੈਨੂੰ ਬਹੁਤ ਸ਼ੱਕ ਹੈ ਕਿ ਇਸ ਕਿਸਮ ਦੀ ਸਿਖਲਾਈ, ਸਖਤ ਸਿਖਲਾਈ, ਇਸ ਕਿਸਮ ਦਾ ਜਜ਼ਬਾ ਔਰ ਆਪਣੇ ਸਿੱਖੀ ਸਿਧਾਂਤ ਦੇ ਉੱਤੇ ਚੱਲਦਿਆਂ ਹੋਇਆ ਉਹਨਾਂ ਨੇ ਕੁਰਬਾਨੀ ਕੀਤੀ ਕਿ ਇਦਾਂ ਦਾ ਮਿਕਸ ਕਰਨ ਨੂੰ ਦੇਖ ਰਹੇ ਨੇ। ਹੁਣ ਫੌਜ ਮਿਕਸ ਕਰ ਦਿਓ, ਸਾਰੀ ਕੁਝ ਕਰ ਦਿਓ। ਸਿੱਖ ਪਲਟਨ 'ਚ ਵੀ ਕਈ ਮਿਕਸ ਹੋਈਆਂ ਨੇ ਜੀ। ਤੋ ਮੇਰਾ ਮਤਲਬ ਕਹਿਣ ਤੋਂ ਇਹ ਵੇ ਕਿ ਇਹ ਤੋਂ ਸਬਕ ਸਿੱਖਣ ਦੀ ਲੋੜ ਹੈ। ਕਾਲੂ ਸਾਹਿਬ ਆਪ ਜੀ ਤੋਂ ਜਾਣਕਾਰੀ ਹੋਰ ਵੀ ਲਵਾਂਗੇ। ਮੈਂ ਆਪ ਜੀ ਨੂੰ ਦਿਖਾਉਣਾ ਚਾਹਾਂਗਾ ਇੱਕ ਆਰਟੀਕਲ ਜਿਹੜਾ ਅਖਬਾਰ ਦੇ ਵਿੱਚ ਸਪੋਕਸਮੈਨ ਦੇ ਵਿੱਚ ਤੇ ਵੱਖ-ਵੱਖ ਅਖਬਾਰਾਂ 'ਚ ਵੀ ਛਪਦਾ ਰਹਿੰਦੇ ਨੇ। ਸਾਕਾ ਸਾਰੀਗੜ੍ਹੀ ਦੇ ਉੱਪਰ ਕਾਫੀ ਲੰਬਾ ਜਿਹੜਾ ਆਰਟੀਕਲ ਛਪਿਆ ਕਾਲੂ ਸਾਹਿਬ ਦਾ, ਬੜੀ ਮਿਹਨਤ ਕਰਕੇ ਜਿਹੜਾ ਛਪਾਇਆ। ਸਾਰੇ ਜਿਹੜੇ ਤਰਤੀਬਵਾਰ ਉਹਨਾਂ ਨੇ ਨਾਮ ਦੱਸੇ ਨੇ ਤੇ ਜਿੰਨੇ ਵੀ ਸਿਪਾਹੀ ਉੱਥੇ ਲੜੇ ਨੇ, ਕਿੰਨੀ ਉਮਰ ਹੈ, ਕਿਹੜਾ ਕਿਹਦੇ ਕੋਲ ਅਹੁਦਾ ਸੀ, ਸਾਰੀ ਡਿਟੇਲ ਬੜੀ ਮਿਹਨਤ ਕਰਕੇ ਜਿਹੜੀ ਇਹਨਾਂ ਨੇ ਦਿੱਤੀ ਹੈ। ਤੇ ਇਹਨਾਂ ਦੀ ਬੜੀ ਵਧੀਆ ਪੁਸਤਕ ਜਿਹੜੀ ਪੰਜਾਬ ਤੇ ਕਸ਼ਮੀਰ ਦਾ ਰੱਖਿਅਕ ਜਨਰਲ ਹਰਬਖਸ਼ ਸਿੰਘ,
ਇਹ Amazon ਦੇ ਉੱਪਰ ਵੀ ਅਵੇਲੇਬਲ ਆ, ਤੁਸੀਂ ਲੈ ਕੇ ਪੜ੍ਹ ਸਕਦੇ ਹੋ ਪੰਜਾਬੀ ਦੇ ਵਿੱਚ, ਕਿਉਂਕਿ ਉਹ ਮਹਾਨ ਵੀਰ ਸੂਰਵੀਰ ਯੋਧੇ ਜਿਨ੍ਹਾਂ ਨੇ ਸੱਚ ਤੇ ਕੌਮ ਦੀ ਅਣਖ ਦੇ ਖਾਤਰ ਫੈਸਲੇ ਉਹ ਲਏ। ਜਿਵੇਂ ਚਮਕੌਰ ਸਾਹਿਬ ਦੀ ਗੜੀ, ਕਿਉਂਕਿ ਅਸੀਂ ਵਾਰਸ ਹੀ ਉਹਨਾਂ ਦੇ ਹਾਂ, ਜਿਵੇਂ ਗੜੀ ਚਮਕੌਰ ਸਾਹਿਬ ਦੇ ਵਿੱਚ ਜਿਵੇਂ ਵੀ ਵਾਪਰਿਆ, ਅੱਜ ਉਹੀ ਘਟਨਾਵਾਂ ਜਿਹੜੀਆਂ ਅਸੀਂ ਦੇਖਦੇ ਹਾਂ, ਨਿਰੰਤਰ ਇਤਿਹਾਸ ਰਿਪੀਟ ਹੁੰਦਾ ਹੈ ਤੇ ਹੁੰਦਾ ਵੀ ਰਹੇਗਾ। ਆਪ ਜੀ ਤੋਂ ਅਸੀਂ ਇਹ ਪੁੱਛਣਾ ਚਾਹਾਂਗੇ ਵੀ ਸਾਡੇ ਦਰਸ਼ਕਾਂ ਨੂੰ ਇਹ ਵੀ ਜਾਣਕਾਰੀ ਦਿਓ, ਕਿਉਂਕਿ ਜਿਹੜੇ ਵਿਦੇਸ਼ ਦੇ ਵਿੱਚ ਦਰਸ਼ਕ ਸੁਣ ਰਹੇ ਨੇ, ਜਿਹੜੀ ਰੈਜੀਮੈਂਟ ਸਿੱਖ ਰੈਜੀਮੈਂਟ ਦੇ ਵਿੱਚ ਕਿਵੇਂ ਪਲਟਣਾ ਹੁੰਦੀਆਂ, ਜਿਵੇਂ ਤੁਸੀਂ 36ਵੀਂ ਦੱਸਿਆ ਸੀ ਪਲਟਨ, ਉਹ ਕੀ ਹਿਸਾਬ ਹੁੰਦਾ ਜੀ, ਇਹਦਾ ਵੀ ਦੱਸੋ। ਸਿੱਖ ਰੈਜੀਮੈਂਟ ਦੇ ਵਿੱਚ ਜਾਂ ਹਰ ਇੱਕ ਰੈਜੀਮੈਂਟ 'ਚ ਅਲੱਗ-ਅਲੱਗ ਪਲਟਨਾਂ ਹੁੰਦੀਆਂ ਨੇ। ਇਹ 'ਚ 20 22 ਦੇ ਕਰੀਬ ਪਲਟਨ ਹੈਗੀਆਂ ਨੇ ਇੱਕ ਸਿੱਖ ਰੈਜੀਮੈਂਟ ਅਲੱਗ-ਅਲੱਗ ਸਿੱਖ ਰੈਜੀਮੈਂਟ 'ਚ। ਰੈਜੀਮੈਂਟਾਂ ਕਿੰਨੀਆਂ ਇੱਕ ਹੀ ਹੈ ਸਿੱਖ ਰੈਜੀਮੈਂਟ ਦੇ? ਸਿੱਖ ਰੈਜੀਮੈਂਟ ਓਵਰਆਲ ਇੱਕ ਰੈਜੀਮੈਂਟ ਕਿਹਾ ਜਾਂਦਾ, ਮਗਰ ਬਟਾਲੀਅਨ ਜੋ ਹੈ ਉਹ ਹਰ ਇੱਕ ਰੈਜੀਮੈਂਟ, ਗੋਰਖਾ ਰੈਜੀਮੈਂਟ, ਬਿਹਾਰ ਰੈਜੀਮੈਂਟ ਉਹ ਰੈਜੀਮੈਂਟ ਹੈ, ਮਗਰ ਉਹਦੇ ਅੰਦਰ ਬਟਾਲੀਅਨ ਨੇ 4 ਸਿੱਖ ਬਟਾਲੀਅਨ, 6 ਸਿੱਖ, 8 ਸਿੱਖ, ਮੈਂ ਤੇ ਉਹਨਾਂ ਲੜਾਈ ਵੀ ਲੜੀ 8 ਸਿੱਖ ਨਾਲ, 9 ਸਿੱਖ ਜਿਹੜੀ ਕਿ ਹਾਲੇ ਤੱਕ ਜੋ ਡਿਸਬੈਂਡ ਕਰਤੀ ਸੀ 84 ਦੇ ਵਿੱਚ ਦੁਬਾਰਾ ਰੇਜ਼ ਨਹੀਂ ਹੋਈ। ਉਹ ਸਾਡੀ ਕਮਜ਼ੋਰੀ, ਸਾਡੇ ਸਿਆਸਤਦਾਨਾਂ ਦੀ, ਜਿਹੜੇ ਕਿ ਗੱਪਾਂ ਬੜੀਆਂ ਮਾਰਦੇ ਨੇ, ਉਹਨੂੰ ਕਰਵਾ ਨਹੀਂ ਸਕੇ। ਉਹ ਵਿਸ਼ਾ ਫੌਜੀ ਯੋਧੇ ਕਿਹਾ ਜਾਂਦੇ ਇਹਨਾਂ ਨੂੰ। ਉਹ 9ਵੀਂ ਚੋਂ ਰੈਜੀਮੈਂਟ ਚੋਂ ਬਾਗੀ ਹੋ ਕੇ ਆਏ ਸੀ ਜੀ, ਬਾਗੀ ਹੋ ਕੇ ਆਏ ਸੀ ਉਹ ਪਗਰ। ਉਸ ਤੋਂ ਬਾਅਦ ਜਨਰਲ ਹਰਬਖਸ਼ ਸਿੰਘ ਨੇ ਲਿਖਿਆ ਹੈ ਭਾਈ, ਉਹਨੇ ਬਿਆਨ ਵੀ ਕੀਤਾ ਜਦੋਂ ਇਹਨਾਂ ਦੇ ਵਾਸਤੇ ਜਿਹੜੇ ਬਾਗੀ ਹੋ ਕੇ ਆਏ ਸੀ ਉੱਥੇ ਜਾ ਕੇ ਜਿੱਥੇ ਕੋਰਟ ਮਾਰਸ਼ਲ ਚੱਲ ਰਿਹਾ ਸੀ ਬਰੇਲੀ ਵੀ ਤੇ ਹੋਰ ਜਗ੍ਹਾ, ਉਹਨੇ ਕਿਹਾ ਜਦੋਂ 65 ਦੀ ਜੰਗ, ਕਿਉਂਕਿ ਉਹ ਤੇ ਆਰਮੀ ਕਮਾਂਡਰ ਸੀ, ਉੱਥੋਂ ਜਿਹੜੇ ਭਗੌੜੇ ਫੌਜੀ ਹੋਏ ਸੀ ਉਹਨਾਂ ਤੋਂ ਤੁਸੀਂ ਫੌਜ 'ਚ ਵਾਪਸ ਲੈ ਲਿਆ, ਮਗਰ ਜਿਹੜੇ ਕੋਈ ਸੈਂਟਰਾਂ 'ਚ ਰਿਕਰੂਟ ਸੀਗੇ ਕੁਝ ਤੇ ਵਾਪਸ ਲਏ ਇਹਨਾਂ ਨੇ, ਕੁਝ ਰਿਹੈਬਿਲਿਟੇਟ ਕੀਤੇ, ਮਗਰ ਉਹਨਾਂ ਨੂੰ ਕਿਉਂ ਨਹੀਂ ਵਾਪਸ ਲਿਆ ਗਿਆ? ਸੋ ਮੇਰਾ ਮਤਲਬ ਵੱਡਾ ਮੁੱਦਾ ਹੈਗਾ, ਦੋਹਰੇ ਮਾਪਦੰਡ ਜਿਹੜੇ ਉਹਦੇ ਦੋਹਰੇ ਮਾਪਦੰਡ ਨੇ। ਮਗਰ ਇਹਦੇ ਬਾਰੇ ਜਿਹੜੇ ਸਾਡੇ ਬਾਕੀ ਤੁਸੀਂ ਗੱਲ ਕੀਤੀ ਹੈ ਵਿਦੇਸ਼ਾਂ 'ਚ ਹੈਗੇ ਨੇ, ਤੇ ਸਾਡਾ ਇਸ ਵੇਲੇ ਦੇਖੋ ਹੁਣ ਵੀ ਆਉਣਾ ਸੀ ਸਾਰਾ ਗੜੀ ਦੇ ਡੈਲੀਗੇਸ਼ਨ, ਬ੍ਰਿਟਿਸ਼ ਆਰਮੀ ਦਾ ਡੈਲੀਗੇਸ਼ਨ ਜੀ, ਉਹ ਮਲਕਾ ਦੇ ਪੂਰੇ ਹੋਣ ਤੇ ਉਹ ਨਹੀਂ ਵਾਪਸ ਉੱਥੋਂ 에ਅਰਫੀਲਡ ਤੋਂ ਹੀ ਵਾਪਸ ਚਲੇ ਗਏ। ਮਗਰ ਗੱਲ ਇਹ ਵੀ ਉਹਨਾਂ ਦੇ ਵਿੱਚ ਬੜਾ ਹੱਲੇ ਵੀ, ਕਿਉਂਕਿ ਉਹਨਾਂ ਦੀ ਖਾਤਰ ਉਦੋਂ ਸਰਕਾਰ ਉਹਨਾਂ ਦੀ ਸੀਗੀ ਬ੍ਰਿਟਿਸ਼ ਇੰਡੀਆ ਸਰਕਾਰ, ਤੇ ਉਹ ਹਾਲੇ ਵੀ ਯਾਦ ਕਰਦੇ ਨੇ। ਇੱਥੇ ਆਏ ਸੀ, ਮੈਂ ਵੀ ਉਦੋਂ ਬਤੌਰ ਸਾਰਾ ਗੜੀ ਫਾਊਂਡੇਸ਼ਨ ਦਾ ਪ੍ਰੈਜ਼ੀਡੈਂਟ ਉਹਦੇ ਨਾਲ ਗਏ। ਇੱਥੇ ਮੈਂ ਗੱਲ ਕਰਨੀ ਚਾਹੁੰਦਾ ਕਿ ਜਿਹੜਾ ਇਤਿਹਾਸ ਹੈ, ਕਿਉਂਕਿ ਉਹਦੇ ਨਾਲ ਜੁੜਿਆ ਕਿ ਇਹ ਇਤਿਹਾਸ ਲੋੜ ਹੈਗੀ ਹੈ ਇੱਕ ਤਾਂ ਇਹਨੂੰ ਐਕਸਪੈਂਡ ਕੀਤਾ ਜਾਏ ਆਪਣੇ ਸਾਰੀਆਂ ਕਿਤਾਬਾਂ 'ਚ, ਅੰਗਰੇਜ਼ੀ 'ਚ ਵੀ ਹੋਏ, ਸਾਰੇ ਸਕੂਲਾਂ 'ਚ ਲਾਗੂ ਹੋਏ, ਅੰਗਰੇਜ਼ੀ ਸਕੂਲਾਂ 'ਚ ਵੀ ਹੋਏ। ਔਰ ਇੱਥੇ ਜਦੋਂ ਸਾਡਾ ਡੈਲੀਗੇਸ਼ਨ ਆਇਆ, ਮੈਂ ਉੱਥੇ ਅਸੀਂ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨਾਲ ਮੀਟਿੰਗ ਹੋਈ ਤੇ ਉੱਥੇ ਅਸੀਂ ਗੱਲ ਕੀਤੀ। ਮੈਂ ਦੱਸਿਆ, ਮੈਂ ਕਿਹਾ ਜੀ, ਮੈਂ ਫਿਰ ਥੋੜ੍ਹਾ ਜਿਹਾ ਉਹਨੂੰ ਇਨਲਾਰਜ ਕੀਤਾ, ਉਹਨਾਂ ਨੂੰ ਵਿੱਚ ਹਰਿਆਣਾ ਨੂੰ ਵੀ ਨਾਲ ਜੋੜਿਆ, ਤੇ ਮੈਂ ਕਿਹਾ ਉੱਥੋਂ ਦਾ ਹਰਿਆਣਾ ਦਾ ਇੱਕ ਹੌਲਦਾਰ ਉਮਰਾਓ ਸਿੰਘ ਹੋਇਆ, ਉਹ ਤੋਪਖਾਨੇ ਦਾ ਸਾਡਾ ਸੀ, ਮੈਂ ਤੋਪਖਾਨੇ ਦਾ, ਮੈਨੂੰ ਤੁਹਾਨੂੰ ਪਤਾ, ਉਹਨੇ ਆਪਣਾ ਜਿਹੜਾ ਗਨ ਦਾ ਹੈਂਡ ਸਪਾਈਕ ਹੋਦਾ, ਜਦੋਂ ਮਿਸ਼ਨ ਨਹੀਂ ਸੀ ਹਥਿਆਰ ਨਾਲ ਚੱਲਿਆ, ਉਹਨੇ ਉਸੇ ਨਾਲ ਹੀ ਜਪਾਨੀਆਂ ਦੇ ਮਾਰ ਕੇ ਉਹਨੂੰ ਵਿਕਟੋਰੀਆ ਕ੍ਰਾਸ ਮਿਲਿਆ। ਜਮਾਦਾਰ ਨੰਦ ਸਿੰਘ, ਉਹਨੂੰ ਵੀ ਵਿਕਟੋਰੀਆ ਕ੍ਰਾਸ ਮਿਲਿਆ ਜੀ ਪੰਜਾਬ ਦੇ ਨੂੰ, ਠੀਕ ਹੈ। ਬਾਅਦ 'ਚ ਮਹਾਵੀਰ ਚੱਕਰ ਵੀ ਮਰਨ ਉਪਰੰਤ ਮਿਲਿਆ। ਮੈਂ ਕਹਿਣ ਡਿਆ ਕਿ ਇਹੋ ਜਿਹੀਆਂ ਕਥਾਵਾਂ ਮੈਂ ਉਹਨੂੰ ਦੱਸਿਆ, ਹਰਿਆਣਾ ਦੇ ਉਪ ਮੁੱਖ ਮੰਤਰੀ ਨੂੰ, ਇਹ 2019 ਦੀ ਗੱਲ ਹੈ ਕਿ ਇਹਨਾਂ ਨੂੰ ਫਾਰ ਗੋਡ ਸੇਕ ਪਾਰਲੀਮੈਂਟ 'ਚ ਰੌਲਾ ਪਾਓ, ਦੱਸੋ ਇਹਨਾਂ ਦਾ ਉਲਥਾ ਕਰਾ ਕੇ ਦੇਸ਼ ਦੀਆਂ ਸਾਰੀਆਂ ਭਾਸ਼ਾਵਾਂ ਦੇ ਵਿੱਚ ਛਾਪਿਆ ਜਾਏ ਤਾਂ ਕਿ ਸੂਰ ਨੌਜਵਾਨਾਂ ਨੂੰ ਪਤਾ ਹੋ ਸਕੇ ਕੈਸੇ ਹੈ। ਸਾਡੀ ਸੰਸਥਾ ਮੇਰੀ ਆਲ ਇੰਡੀਆ ਡਿਫੈਂਸ ਬ੍ਰਦਰਹੁੱਡ, ਔਰ ਸਾਡੇ ਮਹਿਲਾ ਵਿੰਗ ਦੀ ਵਾਈਸ ਪ੍ਰੈਜ਼ੀਡੈਂਟ ਹੈ, ਮਹਿਲਾ ਵਿੰਗ ਦੇ ਪ੍ਰਧਾਨ ਜਨਰਲ ਜਸਬੀਰ ਗਲੇ, ਮਹਿਲਾ ਵਿੰਗ ਦੀ ਵਾਈਸ ਪ੍ਰੈਜ਼ੀਡੈਂਟ ਕਮਲਜੀਤ ਕੌਰ ਗਿੱਲ ਨੇ, ਜਿਨ੍ਹਾਂ ਨੇ ਇੱਕ ਆਪਣੇ ਰਾਸੋ ਨਾਮ ਦੀ ਪਹਿਲੋਂ ਦੀ ਚੱਲ ਰਹੀ ਕਈ ਸਾਲਾਂ ਤੋਂ ਇੱਕ ਸੰਸਥਾ ਇੱਥੇ NGO ਚਲਾ ਰਹੇ ਨੇ। ਉਹਦੇ ਵਿੱਚ ਲੜਕੇ ਲੜਕੀਆਂ ਨੂੰ ਬੜਾ ਉਤਸ਼ਾਹਿਤ ਕਰਨ ਵਾਸਤੇ ਇੱਥੋਂ ਤੱਕ ਕਿ ਅਗਨੀਵੀਰ ਤੋਂ ਪਹਿਲੋਂ ਵੀ, ਅੱਛਾ ਪਿਛਲੇ ਸਾਲ ਜਦੋਂ ਅਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਉਹ ਹਾਜ਼ਰ ਸਨ, ਪਿਛਲੇ ਸਾਲ 8 ਕਿ 9 ਸਤੰਬਰ ਨੂੰ ਅਸੀਂ ਕੀਤੀ ਸੀ। ਉਹਦੇ ਵਿੱਚ ਕਿਉਂਕਿ ਹੁਣ ਗੱਲਾਂ 'ਚੋਂ ਗੱਲ ਨਿਕਲ ਆਈ ਹੈ ਤੇ ਮੈਂ ਉੱਥੇ ਦੱਸਣਾ ਚਾਹੁੰਦਾ, ਉੱਥੇ ਅਸੀਂ ਇਹ ਤੈਅ ਕੀਤਾ ਸੀ ਸਾਡੀ ਲੀਡਰਸ਼ਿਪ ਨੇ ਕਿ ਇੱਕ ਤੇ ਅਪੀਲ ਕੀਤੀ ਸੀ ਕੇਂਦਰ ਸਰਕਾਰ ਨੂੰ ਕਿ ਇਹ ਜਿਹੜਾ ਅੱਜ ਦਾ ਦਿਨ ਹੈ, ਜਿਹੜਾ ਕਿ 1 ਸਾਲ ਬਾਅਦ ਆਉਣਾ, ਜਿਹੜਾ ਕਿ ਅੱਜ ਆਇਆ, ਇਹਨੂੰ ਕੇਂਦਰੀ ਪੱਧਰ ਤੇ ਮਨਾਇਆ ਜਾਏ ਔਰ ਅੱਜ ਦੇ ਦਿਨ ਤੇ ਇੱਕ ਸਿੱਕਾ ਜਾਰੀ ਕੀਤਾ ਜਾਏ, ਇੱਕ ਸਟੈਂਪ ਜਾਰੀ ਕੀਤੀ ਜਾਏ ਤੇ ਉਹਨਾਂ ਸ਼ਹੀਦਾਂ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਹੋਏਗੀ। ਮੈਂ ਬੀਬੀ ਕਮਲਜੀਤ ਗੱਲ ਕਰ ਰਿਹਾ ਸੀ, ਉੱਥੇ ਉਹਨਾਂ ਨੇ
ਆਪਣਾ ਉਤਸ਼ਾਹਿਤ ਕਰਨ ਵਾਸਤੇ ਬੀਬੀਆਂ ਨੂੰ ਬੱਚਿਆਂ ਨੂੰ ਉਹ ਕਰ ਰਹੇ ਨੇ ਕਿ ਫੌਜ ਦੇ ਵਿੱਚ ਸਾਰਾ ਗੜੀ ਦਾ ਇਤਿਹਾਸ ਪੜ੍ਹਾਉਂਦੇ। ਅੱਜ ਦੇ ਦਿਨ ਵੀ ਮੇਰਾ ਖਿਆਲ ਲੱਗੇ ਹੋਣਗੇ ਅੰਮ੍ਰਿਤਸਰ ਜ਼ਰੂਰ ਆਪਣੇ ਬੱਚਿਆਂ ਨੂੰ ਦੱਸਣ ਵਾਸਤੇ। ਤਾਂ ਇਸ ਕਿਸਮ ਦੀ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਉਤਸ਼ਾਹਿਤ ਕਰਨ ਤੇ ਔਰ ਪ੍ਰੇਰਨਾ ਲੈਣ ਤਾਂ ਕਿ ਬੱਚਿਆਂ ਨੂੰ ਪਤਾ ਚੱਲ ਸਕੇ ਤੇ ਉਹ ਫਿਰ ਉਹ ਉਸ ਕਾਬਲ ਹੁਣ ਅਗਨੀਵੀਰ ਦੀ ਗੱਲ ਹੋ ਰਹੀ ਹੈ ਤਾਂ ਕਿ ਉਹਨਾਂ ਦੇ ਅੰਦਰ ਹੀ ਜਜ਼ਬਾ ਪੈਦਾ ਹੋਏ। ਜੋ ਇਸ ਵੇਲੇ ਬੇਰੁਜ਼ਗਾਰੀ ਨਹੀਂ ਹੈ, ਭਰਤੀ ਹੋਣ ਨੂੰ ਤੇ ਜਾ ਰਹੇ ਨੇ, ਮਗਰ ਜਜ਼ਬਾ ਪੈਦਾ ਕਰਨਾ ਜ਼ਰੂਰ ਹੈ ਤਾਂ ਕਿ ਉਹ ਆਪਣੇ ਕਰਤੱਵ ਦੀ ਪਾਲਣਾ ਕਰ ਸਕਣ। ਇਸ ਵੇਲੇ ਚਾਰ ਚਫੇਰੇ ਸਾਡੇ ਦੁਸ਼ਮਣ ਹੈਗਾ ਤੇ ਸਾਨੂੰ ਕਿਤੇ ਪਾਸਿਓਂ ਵੀ ਕਿਤੇ ਚੁਣੌਤੀਆਂ ਵਿਦੇਸ਼ੀ ਸ਼ਕਤੀਆਂ ਦੀ ਬਹੁਤ ਸਾਰੀ ਸ਼ਕਤੀਆਂ ਦਾ ਮੁਕਾਬਲਾ ਕਰਨਾ ਪੈਂਦਾ। ਇਸ ਵਾਸਤੇ ਸਾਨੂੰ ਫੌਜ ਨੂੰ ਆਪਣਾ ਬੜਾ ਸ਼ਕਤੀਸ਼ਾਲੀ ਬਣਾਉਣ ਦੀ ਲੋੜ ਹੋਵੇਗੀ। ਜਿਵੇਂ ਕਿਹਾ ਜਾਂਦਾ ਹੈ ਕਿ ਜੇਕਰ ਦੇਖਿਆ ਜਾਵੇ ਸਾਰੇ ਹੀ ਕਿਰਤ ਕਰਦਾ ਇਨਸਾਨ, ਸਾਰੇ ਹੀ ਡਿਪਾਰਟਮੈਂਟ ਸਤਿਕਾਰਯੋਗ ਨੇ, ਪਰ ਜਿਹੜਾ ਆਰਮੀ ਵਿੱਚ ਕੋਈ ਜੌਬ ਕਰਦਾ ਉਹਦਾ ਸਤਿਕਾਰ ਦੂਸਰੇ ਵਿਭਾਗਾਂ ਦੇ ਨਾਲੋਂ ਵਿਅਕਤੀ ਦਾ ਜ਼ਿਆਦਾ ਹੁੰਦਾ ਕੁਦਰਤੀ ਤੌਰ ਤੇ, ਕਿਉਂਕਿ ਫੌਜ ਦੇ ਵਿੱਚ ਇੱਕ ਤਾਂ ਜਿਹੜਾ ਵਿਅਕਤੀ ਆ ਕਰਪਸ਼ਨ ਜਿਹੜੀ ਉਹ ਨਾ ਮਾਤਰ ਹੁੰਦੀ ਹੈ। ਦੂਸਰਾ ਜੇਕਰ ਅਸੀਂ ਗੱਲ ਕਰੀਏ ਜਿਹੜੇ ਸਾਡੇ ਮੌਜੂਦਾ ਪ੍ਰਬੰਧਕ ਦੇ ਵਿੱਚ ਦੇਖਿਆ ਜਿਹੜੇ ਕਈ ਸੰਤ ਵੀ ਉਹ ਵੀ ਫੌਜ ਦੇ ਵਿੱਚ, ਉਹਨਾਂ ਦਾ ਇਤਿਹਾਸ ਦੇਖਿਆ ਜਾਵੇ ਕਈ ਸੰਤ ਮਹਾਂਪੁਰਸ਼ ਵੀ ਉਹ ਫੌਜ ਦੇ ਵਿੱਚ ਰਹਿ ਕੇ ਆਏ ਨੇ, ਕਿਉਂਕਿ ਇੱਕ ਡਿਸਿਪਲਿਨ ਹੋ ਜਾਂਦਾ, ਕਿਉਂਕਿ ਹਰ ਇੱਕ ਕੰਮ ਦੇ ਲਈ ਇੱਕ ਮਰਿਆਦਾ ਹੁੰਦੀ ਹੈ, ਬੰਦਗੀ ਕਰਨੇ ਵੀ ਇੱਕ ਮਰਿਆਦਾ ਦੇ ਵਿੱਚ ਹੀ ਆਉਂਦਾ। ਉਹਨਾਂ ਦਾ ਪਿਛੋਕੜ ਵੀ ਕਈ ਜਿਹੜੇ ਸਾਧੂ ਮਹਾਂਪੁਰਸ਼ ਆ ਫੌਜ ਦੇ ਵਿੱਚੋਂ ਨਿਕਲ ਕੇ ਆਇਆ। ਫੌਜ ਦੇ ਵਿੱਚ ਜਾਣਾ ਪੰਜਾਬੀਆਂ ਦੀ ਬੜੀ ਜਿਹੜੀ ਦਿਲੀ ਖਾਹਿਸ਼ ਹੁੰਦੀ ਹੈ ਕਿ ਕਈ ਟਰਾਈ ਕਰਦੇ ਨੇ, ਕਈ ਸਫਲ ਵੀ ਹੁੰਦੇ ਨੇ, ਕਈ ਅਸਫਲ ਵੀ ਹੁੰਦੇ ਨੇ, ਪਰ ਮੌਜੂਦਾ ਸਥਿਤੀ ਦੇ ਵਿੱਚ ਤੁਸੀਂ ਵਰਤਮਾਨ ਸਥਿਤੀ ਦੇ ਵਿੱਚ ਫੌਜ ਦੇ ਪ੍ਰਤੀ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਕਿਵੇਂ ਵੇਖਦੇ ਹੋ? ਮੈਂ ਸਮਝਦਾ ਹਾਂ ਕਿ ਬ੍ਰਿਟਿਸ਼ ਇੰਡੀਆ ਰਾਜ ਸਮੇਂ ਜਿਹਦੀ ਅਸੀਂ ਗੱਲ ਕੀਤੀ ਹੈ ਜੀ ਕਿ ਇਸ ਤਰੀਕੇ ਨਾਲ ਸਲਮਾਨਤ ਔਰ ਅੱਜ ਵੀ ਯਾਦ ਕੀਤਾ ਗਿਆ ਸ਼ਹੀਦਾਂ ਨੂੰ, ਮਗਰ ਅਫਸੋਸ ਦੀ ਗੱਲ ਹੈ ਕਿ ਜੋ ਇੱਜ਼ਤ ਮਾਨ ਸਤਿਕਾਰ ਦਰਜਾ ਫੌਜ ਦਾ ਉਸ ਵੇਲੇ ਸੀਗਾ ਇਮੀਡੀਏਟਲੀ ਆਫਟਰ ਪਾਰਟੀਸ਼ਨ, ਉਹ ਅੱਜ ਨਹੀਂ ਹੈਗਾ। ਉਹ ਸਮਾਂ ਸੀ ਜਦੋਂ ਕਿ ਇੱਕ ਸਿਪਾਹੀ ਵੀ ਇੱਕ ਡਿਪਟੀ ਕਮਿਸ਼ਨਰ ਦੇ ਕੋਲ ਜਾਂਦਾ ਸੀ ਦਫ਼ਤਰ ਤੇ ਡੀਸੀ ਖੜਾ ਹੋ ਜਾਂਦਾ ਸੀ। ਅੱਜ ਤੇ ਕੋਈ ਜਰਨੈਲਾਂ ਨੂੰ ਨਹੀਂ ਪੁੱਛਦਾ। ਉਸ ਸਮੇਂ ਇੱਕ ਜਵਾਨ ਦੀ ਪੈਨਸ਼ਨ ਬ੍ਰਿਟਿਸ਼ ਇੰਡੀਆ ਰਾਜ ਸਮੇਂ ਪੈਨਸ਼ਨ ਥੋੜੀ ਸਰਵਿਸ ਦੇ ਬਾਅਦ ਆ ਜਾਣਾ ਜੀ। ਦੇਖੋ 18-20 ਸਾਲ ਸਰਵਿਸ ਦੇ ਬਾਅਦ 15 ਸਾਲ 18 ਸਾਲ 20 ਸਾਲ ਡਿਪੈਂਡਿੰਗ ਔਨ ਦੀ ਰੈਂਕ 35-36 ਸਾਲ 37 ਸਾਲ ਤੇ ਕੋਈ ਨਾ ਉਹਨਾਂ ਦੀ ਰੀਹੈਬਿਲਿਟੇਸ਼ਨ ਰੀਸੈਟਲਮੈਂਟ ਬਹੁਤ ਜ਼ਰੂਰੀ ਹੈ ਜਦ ਧਿਆਨ ਨਹੀਂ ਦਿੱਤਾ ਜਾਂਦਾ ਜੀ। ਤੇ ਉਹ ਉਸ ਸਮੇਂ ਫਿਰ ਉਸ ਤੋਂ ਬਾਅਦ ਅਸੀਂ ਗੱਲਾਂ ਬੜੀਆਂ ਕਰਦੇ ਹਾਂ ਜਿਹੜੀ ਉਹਨਾਂ ਦੇ ਜਿੱਦਾਂ ਪੈਨਸ਼ਨ ਦੀ ਮੈਂ ਗੱਲ ਕਰ ਉਸ ਸਮੇਂ ਤਕਰੀਬਨ 80-85% ਤਨਖਾਹ ਆਖਰੀ ਤਨਖਾਹ ਪੈਨਸ਼ਨ ਦਿੱਤੀ ਜਾਂਦੀ ਸੀ ਜੀ। ਮਗਰ ਸਾਡੀ ਪੈਨਸ਼ਨ ਤੇ ਫਿਰ ਘਟਦੀ ਚਲੀ ਗਈ, ਮਗਰ ਸਿਵਲੀਅਨ ਦੀ ਸਾਡੀ ਤੇ 80% ਤੋਂ ਘਟਦੇ 50% ਲਾਏ ਸਿਵਲੀਅਨ ਦੀ, ਕਿਉਂਕਿ ਤੁਸੀਂ ਗੱਲ ਕੀਤੀ ਹੈ ਅਧਿਕਾਰੀਆਂ ਦੀ ਸਾਰਿਆਂ ਦੀ ਜੋ ਕਿ 60 ਸਾਲ ਤੱਕ ਨੌਕਰੀ ਕਰਦੇ ਨੇ ਤੇ 35 ਸਾਲ ਤੱਕ ਆ ਗਏ, ਉਹਨਾਂ ਦੀ 33% ਲਿਆ ਕੇ ਬਰਾਬਰ ਕਰ ਦਿੱਤਾ ਗਿਆ 50 ਸਾਲ ਤੱਕ। ਇੱਥੇ ਤੇ ਸਿਆਚਨ ਵਰਗੀਆਂ ਪਹਾੜੀਆਂ ਤੇ ਬਰਫੀਲੇ 50-60 ਡਿਗਰੀ ਟੈਂਪਰੇਚਰ ਮਾਈਨਸ ਟੈਂਕਰੀ ਟਾਈਗਰ ਹਿਲ ਜਿੱਥੇ ਕਿ 8 ਸਿੱਖ ਨੇ ਆਪਣਾ ਕਮਾਲ ਦਿਖਾਇਆ, ਉਹਦਾ ਨਾਂ ਤੇ ਕਿਤੇ ਨਜ਼ਰ ਨਹੀਂ ਆਉਂਦਾ। ਮਗਰ ਕਹਿਣ ਤੋਂ ਮਤਲਬ ਇਹ ਹੁਣ ਦੇਖ ਲਓ ਤੁਸੀਂ ਜਿਹੜਾ ਕਿ ਪੂਰਬੀ ਲਦਾਖ ਜਾਂ ਪੂਰੇ ਅਰੁਣਾਚਲ ਪ੍ਰਦੇਸ਼ ਬਾਰਡਰ ਤੇ ਹੋ ਰਿਹਾ ਹੈ ਤੇ ਇਹਨਾਂ ਕਠਿਨਾਈਆਂ ਦੇ ਵਿੱਚ ਰਹਿੰਦੇ ਹੋਇਆਂ ਤੇ ਉਹਨਾਂ ਦੇ ਜਦੋਂ ਦੇਖਿਆ ਇਹ ਹਾਲਤ ਹੈ ਜਾਰਜ ਫਰਨਾਂਡਸ, ਮੈਂ ਬੜੀ ਮਰਹੂਮ ਰੱਖਿਆ ਮੰਤਰੀ ਜਿਨ੍ਹਾਂ ਦੇ ਮੈਂ ਸੰਪਰਕ ਸੀਗਾ ਕਿਉਂਕਿ ਮੈਂ ਉਹ ਡਾਇਰੈਕਟਰ ਸੈਨਿਕ ਭਲਾਈ ਪੰਜਾਬ, ਮੈਂ ਸਮਝਦਾ ਹਾਂ ਕਿ ਉਹਨਾਂ ਨੇ ਜੋ ਪਹਿਲਾ ਕੰਮ ਕੀਤਾ ਉਹ ਸਿਆਚਨ ਜਾ ਕੇ ਦੇਖਿਆ, ਹਾਲਤ ਬੁਰੀ ਸੀਗੀ। ਇੱਥੋਂ ਤੱਕ ਕਿ 2 ਸਾਲ ਪਹਿਲੋਂ ਉਹਨਾਂ ਨੇ ਸਲੋ ਸਕੂਟਰ ਉੱਥੇ ਮੰਗੇ ਸਨ, ਉਹ ਪੁੱਛਦਾ ਨਹੀਂ ਜਰਨੈਲ, ਤੇ ਫਿਰ ਆਪਣੇ ਹਿਸਾਬ ਨਾਲ ਡਿਸਿਪਲਿਨ ਹਿਸਾਬ ਨਾਲ ਪੁਆਇੰਟ ਰੇਜ਼ ਕਰਨਾ ਹੁੰਦਾ। ਮਗਰ ਇਹ ਸਿਆਸਤਦਾਨਾਂ ਨੂੰ ਪਤਾ ਹੋਣਾ ਚਾਹੀਦਾ ਨਾ, ਜਦੋਂ ਫਾਈਲ ਪੜ੍ਹੀਏ ਕੌਣ, ਇਹਨਾਂ ਨੂੰ ਟਾਈਮ ਹੀ ਨਹੀਂ ਹੈਗਾ ਫਾਈਲ ਦੇਖਣ ਦਾ। ਉਹਨੇ ਜਾ ਕੇ ਫਿਰ ਉਹਨੇ ਕਿਹਾ ਅੱਛਾ, ਉਹਨੇ ਸਭ ਤੋਂ ਪਹਿਲਾਂ ਉੱਥੇ ਪਹੁੰਚ ਕੇ ਦਿੱਲੀ ਉਹਨੇ ਕਿਹਾ ਚਲੋ ਜਿਹੜੇ ਬਿਊਰੋਕਰੈਟਸ ਰਿਸਪੌਂਸਿਬਲ ਨੇ ਉਹਨਾਂ ਨੂੰ ਉੱਥੇ ਭੇਜੋ ਸਿਆਚਨ। ਫਿਰ ਜਾ ਕੇ ਇਹਨਾਂ ਦੀਆਂ ਅੱਖਾਂ ਖੁੱਲੀਆਂ ਤੇ ਕੋਈ ਉਹਨਾਂ ਦੀ ਪੈਰੀ ਡਿੱਗ ਪਿਆ, ਕੋਈ ਹਸਪਤਾਲ ਚਲਾ ਗਿਆ, ਕੋਈ ਛੋਟੀ ਚਲਾ ਗਿਆ ਤੇ ਉੱਥੇ ਜਾ ਉਹ ਫਿਰ ਜਾ ਕੇ ਉਹਨਾਂ ਨੇ ਬਹੁਤ ਸਾਰਾ ਸੁਧਾਰ ਕੀਤੇ, ਅਲਾਉਂਸਸ ਦਿੱਤੇ, ਮੇਵੇ ਜਿਹੜੇ ਸੀ ਪਹਿਲਾਂ ਤੇ ਕੁਝ ਨਹੀਂ ਸੀ ਮਿਲਦਾ ਤੇ ਉਹ ਬਦਾਮ ਅਖਰੋਟ ਸ਼ੁਰੂ ਕੀਤੇ। ਤੇ ਫਿਰ ਹੁਣ ਫਿਰ ਉਦੋਂ ਬਾਅਦ ਜਦੋਂ ਇੰਨਾ ਚਿਰ ਰੌਲਾ ਪਿਆ, ਹਰ ਜੰਗ ਜਿੱਤਣ ਤੋਂ ਬਾਅਦ 71 ਦੀ ਜੰਗ 65 ਦੀ ਜੰਗ ਲੈ ਲਓ ਤੁਸੀਂ, ਜਿਹਦੀ 71 ਦੀ ਜੰਗ ਲੈ ਲਓ, ਇਹ 65 ਦੀ ਜੰਗ, ਕਿਉਂਕਿ ਸਾਰਾ ਕੁਝ ਸਤੰਬਰ 'ਚ ਹੋਇਆ ਜੀ। ਜਦੋਂ 47 ਦੀ
ਡਿਵੀਜ਼ਨ ਹੋਈ ਤੇ ਉਹ ਧਾੜ ਵੀ ਆ ਗਿਆ, ਉਹਨੂੰ ਸਤੰਬਰ 'ਚ ਭਜਾਇਆ ਜੀ। ਫਿਰ ਸਤੰਬਰ 'ਚ 65 ਦੀ ਜੰਗ 'ਚ ਵੀ ਜਨਰਲ ਬਖਸ਼ ਨੇ ਜੋ ਮੈਂ ਦੱਸਿਆ ਜੋ ਅਸੀਂ ਪਾਕਿਸਤਾਨ ਨੂੰ ਰੱਖ ਹਾਜੀ ਪੀਰ ਵਗੈਰੇ ਕਾਇਮ ਕੀਤੇ, ਉਹ ਵੀ ਸਤੰਬਰ ਕੱਲ ਹਾਲੇ 10 ਤਰੀਕ ਨੂੰ ਪਰਸੋਂ ਅਬਦੁਲ ਹਮੀਦ ਟੈਂਕਾਂ ਨੂੰ ਮੁਕਾਬਲਾ ਕੇ ਜੋ ਪਰਮਵੀਰ ਚੱਕਰ ਮਿਲਿਆ ਉਹ ਵੀ ਸਤੰਬਰ, ਸਾਰਾ ਸਤੰਬਰ। ਮੇਰਾ ਕਹਿਣ ਤੋਂ ਮਤਲਬ ਇਹ ਵੇ ਕਿ ਇਹ ਸਾਡਾ ਜਿਹੜਾ ਹੁਣ ਕਹੀ ਜਾਂਦੇ ਇੱਕ ਰੈਂਕ ਇੱਕ ਪੈਨਸ਼ਨ ਬੜੇ ਸਿਰ ਤੋਂ ਸੰਘਰਸ਼ ਕਰਦੇ ਆ ਰਹੇ ਸੀ, ਉਹ ਇੱਕ ਵਾਰੀ ਤਾਂ ਵਧਿਆ ਜੀ। ਪਹਿਲੋਂ ਦੇਖੋ ਦੋਹਾਂ ਸਰਕਾਰਾਂ ਨੇ, ਸਾਨੂੰ ਤਾਂ ਪਤਾ ਕਿ ਇਹ ਪਹਿਲੋਂ ਉਸ ਸਮੇਂ UPA ਸਰਕਾਰ ਸੀ, ਉਸ ਲਈ ਦਬਾਅ ਬਣਾਇਆ ਤੇ ਪਹਿਲੀ ਵਾਰੀ ਪਾਰਲੀਮੈਂਟ ਪਾਸ ਹੋਇਆ, ਫਿਰ NDA ਸਰਕਾਰ ਜੀ, ਠੀਕ ਹੈ। तो मगर जो कि वो हो गया एक बारी ते इजाफा होया, मगर 2019 च उन्होंने दे सरकारी नोटिफिकेशन के मुताबिक बराबरता लियानी सी, वो नहीं हुई। वो हुण सुप्रीम कोर्ट के फैसले तो बाद हाले कोई कार्रवाई नहीं जी। गलबात जारी रखांगे, आपां कॉल ले लैंदे जी। हाँ जी, तुहाडा स्वागत है जी। बाल साहब तुहानू ते तुहाडे बहुत ही सत्कारयोग मेहमान ब्रिगेडियर साहब ਤੇ ਤੁਹਾਡੇ ਸਟਾਫ ਦਰਸ਼ਕਾਂ ਨੂੰ ਗੁਰਦੇਵ ਸਿੰਘ ਭੋਗਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਭੋਗਲ ਸਾਹਿਬ ਜੀ। ਜੀ ਬਹੁਤ ਧੰਨਵਾਦ ਬਾਲ ਸਾਹਿਬ। ਅਸੀਂ ਵਿਚਾਰ ਸੁਣ ਰਹੇ ਹਾਂ ਤੁਹਾਡੇ ਤੇ ਬ੍ਰਿਗੇਡੀਅਰ ਸਾਹਿਬ ਦੇ ਤੇ ਕਾਲੂ ਸਾਹਿਬ ਦੀ, ਤੇ ਬਹੁਤ ਗੱਲਾਂ ਇਹਨਾਂ ਨੇ ਦੱਸ ਦਿੱਤੀਆਂ ਖੋਲ ਕੇ, ਤੇ ਬਹੁਤ ਕੁਝ ਅਜੇ ਦੱਸਣ ਵਾਲਾ ਹੈ ਜਿਵੇਂ ਇਹਨਾਂ ਨੇ ਆਪ ਹੀ ਦੱਸਿਆ। ਤੇ ਬਾਲ ਸਾਹਿਬ ਦੇਖੋ, ਚਮਕੌਰ ਦੀ ਗੜੀ ਹੋਵੇ, ਭਾਵੇਂ ਸਾਰਾ ਗੜੀ ਹੋਵੇ ਤੇ ਭਾਵੇਂ ਕੋਈ ਹੋਰ ਗੜੀ ਹੋਵੇ, ਜਿਵੇਂ ਬ੍ਰਿਗੇਡੀਅਰ ਸਾਹਿਬ ਦੱਸ ਦਿੱਤਾ, ਪਰ ਇੱਕ ਗੱਲ ਚਿੱਟੇ ਦਿਨ ਵਾਂਗ ਸਾਫ਼ ਤੇ ਸਪਸ਼ਟ ਹੈ ਕਿ ਉਹਨਾਂ ਵਿੱਚ ਲੜਨ ਵਾਲੇ ਬਹਾਦਰ ਯੋਧੇ, ਸੂਰਮੇ, ਅਣਖੀ ਰੱਬ ਦੇ ਧਰਮ ਨੂੰ ਕਬੂਲ ਕਰਨ ਵਾਲੇ ਹੋਣਗੇ। ਬੁਜ਼ਦਿਲ ਲਈ ਤਾਂ ਲੜ ਸਕਦਾ ਕਦੇ ਜੀ। ਉਹ ਅਣਖੀ ਹੋਣਗੇ, ਬਹਾਦਰ ਯੋਧੇ, ਸੂਰਮੇ ਹੋਣਗੇ, ਉਹ ਰੱਬ ਦੇ ਧਰਮ ਨੂੰ ਕਬੂਲ ਕਰਦੇ ਹੋਣਗੇ, ਜਿਹੜੇ ਜਿਸ ਰੱਬ ਦੇ ਧਰਮ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ 4 ਉਦਾਸੀਆਂ ਧਾਰਨ ਕਰਕੇ ਸਾਰੀ ਦੁਨੀਆ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਜੀ। ਬਲ ਸਾਹਿਬ ਦੁਨੀਆ ਵਿੱਚ ਅੱਜ ਵੀ ਇਹ ਝਗੜਾ ਆ, ਤੇ ਕਈ ਇਸ਼ਾਰੇ ਬ੍ਰਿਗੇਡੀਅਰ ਸਾਹਿਬ ਨੇ ਕਰ ਦਿੱਤੇ ਨੇ ਕਿ ਆਪਣੇ ਕੋਲ ਸਮਾਂ ਨਹੀਂ ਹੁੰਦਾ ਜੀ। ਮੇਰਾ ਵੀ ਕਰਦਾ ਕਿ ਗੱਲਾਂ ਕਰਾਂ, ਪਰ ਸਮਾਂ ਸੀਮਤ ਹੁੰਦਾ। ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਹੜੀਆਂ ਗੱਲਾਂ ਇਹਨਾਂ ਨੇ ਦੱਸੀਆਂ ਤੇ ਅਜੇ ਬਹੁਤ ਸਾਰੀਆਂ ਦੱਸਣੀਆਂ ਸਨ। ਅੱਜ ਵੀ ਬਾਲ ਸਾਹਿਬ, ਅੱਜ ਵੀ ਸਾਨੂੰ ਮੰਨਣਾ ਪਊਗਾ, ਇਹ ਮੰਨ ਕੇ ਚੱਲਣਾ ਪਊਗਾ ਤੇ ਝਗੜਾ ਅੱਜ ਵੀ ਧਰਮ ਦਾ ਨਹੀਂ ਹੈ। ਝਗੜਾ ਅੱਜ ਵੀ ਸੱਚ ਤੇ ਝੂਠ ਦਾ ਹੈ। ਝਗੜਾ ਅੱਜ ਵੀ ਧਰਮ ਤੇ ਧਰਮ ਦੇ ਠੇਕੇਦਾਰਾਂ ਦਾ ਹੈ। ਇਹ ਮੰਨ ਕੇ ਚੱਲਣਾ ਪਏਗਾ ਸਾਨੂੰ ਜੀ। ਮੈਂ ਤੇ ਸਿਰਫ ਆਪਣੇ ਮੈਂ ਤੇ ਬ੍ਰਿਗੇਡੀਅਰ ਸਾਹਿਬ ਦੀਆਂ ਗੱਲਾਂ ਸੁਣ ਕੇ ਮੇਰਾ ਅੰਦਰ ਹੋਰ ਤਰ੍ਹਾਂ ਹੋ ਜਾਂਦਾ ਆ। ਬੜੀ ਇਹਨੇ ਸਿੱਖੀ ਸਿਧਾਂਤ ਦੀ ਗੱਲ ਵੀ ਕਰਤੀ, ਬੜੇ ਇਸ਼ਾਰੇ ਕੀਤੇ। ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਨਾ। ਮੈਂ ਤੇ ਸਿਰਫ ਉਹਨਾਂ ਨੂੰ ਸ਼ਰਧਾਂਜਲੀ, ਸ਼ਰਧਾ ਦੇ ਫੁੱਲ ਭੇਟ ਕਰਨੇ ਚਾਹੁੰਦਾ ਤੇ 2-4 ਲਾਈਨਾਂ ਬੋਲ ਕੇ, ਕਿਉਂਕਿ ਸਮਾਂ ਆਪਣੇ ਕੋਲ ਬਾਲ ਸਾਹਿਬ ਬਿਲਕੁਲ ਸੀਮਤ ਹੁੰਦਾ ਜੀ। ਸਵਾਗਤ ਹੈ ਜੀ। ਮੈਂ ਇਹ 2 ਲਾਈਨਾਂ ਪੜ੍ਹਨ ਲੱਗਾ ਜੀ। ਬਾਲ ਸਾਹਿਬ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਵੇ ਸੱਚੇ ਪਾਤਸ਼ਾਹ ਸੂਰਮੇ ਅਣਖੀ ਬਹਾਦਰ ਮੁੜ ਕੇ ਪੈਦਾ ਕਰਦੇ, ਜਿਵੇਂ ਬ੍ਰਿਗੇਡੀਅਰ ਸਾਹਿਬ ਨੇ ਕਿਹਾ ਵੀ ਅੱਜ ਗੱਲ ਬਣਨ ਦੀ, ਅੱਗੇ ਸਿਪਾਹੀ ਅੰਦਰ ਜਾਂਦਾ ਸੀ, ਉੱਠੇ ਖੜੇ ਹੁੰਦੇ ਸੀ, ਲੂਟ ਮਾਰਦੇ ਸੀਗੇ, ਅੱਜ ਉਹ ਕਿੱਥੇ ਗਿਆ ਜੀ। ਬਈ ਪੀਰ ਪੈਗੰਬਰ ਜੱਗ ਤੇ ਬੜੇ ਆਏ, ਪੀਰ ਪੈਗੰਬਰ ਜੱਗ ਤੇ ਬੜੇ ਆਏ, ਆਪੋ ਆਪਣਾ ਧਰਮ ਪ੍ਰਚਾਰਦੇ ਰਹੇ। ਉਹ ਜਿਨ੍ਹਾਂ ਰੱਬ ਦੇ ਧਰਮ ਦੀ ਗੱਲ ਕੀਤੀ, ਚੰਦਰੇ ਉਹਨਾਂ ਨੂੰ ਸੂਲੀ ਤੇ ਚਾੜਦੇ ਰਹੇ। ਹਾਂਜੀ। ਨਾਮ ਬਾਣੀ ਨਾਲ ਮਨ ਜੇਕਰ ਮਾਂਜ ਲੈਂਦੇ, ਨਾਮ ਬਾਣੀ ਨਾਲ ਮਨ ਜੇਕਰ ਮਾਂਜ ਲੈਂਦੇ, ਸ਼ੈਤਾਨ ਬਿਰਤੀ ਦਾ ਇੰਨਾ ਨਾ ਸ਼ੋਰ ਹੁੰਦਾ। ਓਏ ਰੱਬ ਦੇ ਧਰਮ ਦੀ ਜੇਕਰ ਸਮਝ ਲੈਂਦੇ, ਅੱਜ ਹੁਲੀਆ ਹੀ ਸੰਸਾਰ ਦਾ ਹੋਰ ਹੁੰਦਾ। ਬਲ ਸਾਹਿਬ, ਅੱਜ ਹੁਲੀਆ ਹੀ ਸੰਸਾਰ ਦਾ ਹੋਰ ਹੁੰਦਾ। ਬਹੁਤ ਬਈ ਜੱਗੋਂ 12, ਬਹੁਤ ਧੰਨਵਾਦ ਵੀਰ ਜੀ। ਜੱਗੋਂ 12 ਖਾਸਾ ਹੈ ਖਾਲਸੇ ਦਾ। ਹਾਂਜੀ। ਜੱਗੋਂ 12 ਖਾਸਾ ਹੈ ਖਾਲਸੇ ਦਾ, ਤਾਈਓ ਕਰਨੀਆਂ ਇਹਦੀਆਂ ਨਿਆਰੀਆਂ ਨੇ। ਓਏ ਹੱਕ ਸੱਚ ਇਨਸਾਫ ਲਈ ਸਦਾ ਜੂਝੇ, ਚੱਲੀਆਂ ਸੀਸ ਤੇ ਭਾਵੇਂ ਆ ਰਹੀਆਂ ਨੇ। ਹਾਂਜੀ। ਜੱਗੋਂ 12 ਖਾਸਾ ਹੈ ਖਾਲਸੇ ਦਾ, ਤਾਈਓ ਕਰਨੀਆਂ ਇਹਦੀਆਂ ਨਿਆਰੀਆਂ ਨੇ। ਓਏ ਹੱਕ ਸੱਚ ਇਨਸਾਫ ਲਈ ਸਦਾ ਜੂਝੇ, ਚੱਲੀਆਂ ਸੀਸ ਤੇ ਭਾਵੇਂ ਆ ਰਹੀਆਂ ਨੇ। ਬਈ ਦੇਸ਼ ਕੌਮ ਦੀ ਬਿਗੜੀ ਬਣਾ ਛੱਡੀ, ਜਿਵੇਂ ਬ੍ਰਿਗੇਡੀਅਰ ਸਾਹਿਬ ਨੇ ਬਹੁਤ 2-3 ਵਾਰੀ ਇਹ ਗੱਲ ਕਹੀ ਆ। ਦੇਸ਼ ਕੌਮ ਦੀ ਬਿਗੜੀ ਬਣਾ ਛੱਡੀ, ਇਹਨਾਂ ਅਮਰ ਧਾਰੀਆਂ ਪਰ ਉਪਕਾਰੀਆਂ ਨੇ।
ਓਏ ਸਿਰ ਦਿੱਤੇ ਬਿਨਾ ਜਰਾ ਸੋਚ ਭੋਗਲ ਕਿੱਥੇ ਮਿਲਦੀਆਂ ਭਲਾ ਸਰਦਾਰੀਆਂ ਨੇ ਓਏ ਸਿਰ ਦਿੱਤੇ ਬਿਨਾ ਜਰਾ ਸੋਚ ਭੋਗਲ ਕਿੱਥੇ ਮਿਲਦੀਆਂ ਸਰਦਾਰੀਆਂ ਨੇ ਬਲ ਸਾਹਿਬ ਕਿੱਥੇ ਮਿਲਦੀਆਂ ਭਲਾ ਬਾ ਕਮਾਲ ਜੀ ਭੋਗਲ ਸਾਹਿਬ ਜੀ ਸ਼ਰਧਾਂਜਲੀ ਸੱਚੇ ਦਿਲੋਂ ਦਿੱਤੀ ਕਾਵਿ ਰੂਪ ਦੇ ਵਿੱਚ ਬਹੁਤ ਬਹੁਤ ਸ਼ੁਕਰਾਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਕਾਲੂ ਸਾਹਿਬ ਅਸੀਂ ਆਪ